ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 25ਵਾਂ। ਦਿੱਲੀ ਦੇ ਚਾਵੜੀ ਬਾਜ਼ਾਰ ਨੂੰ ਅੱਧੇ ਤੋਂ ਵਧੇਕ ਲੰਘ ਜਾਈਏ ਤਾਂ ਅੱਗੇ ਇੱਕ 3 ਮੰਜ਼ਲਾ ਚਿੱਟੇ ਰੰਗ ਦਾ ਵੱਡਾ ਸਾਰਾ ਮਕਾਨ ਨਜ਼ਰੀ ਆਉਂਦਾ ਹੈ, ਜਿਸ ਦੇ ਹੇਠਲੇ ਹਿੱਸੇ ਵਿੱਚ ਨਾਲੋਂ ਨਾਲ 3 ਦੁਕਾਨਾਂ ਹਨ, ਜਿਹੜੀਆਂ 3 ਨਹੀਂ ਅਸਲ ਵਿੱਚ ਕੰਧਾਂ ਕੱਢ ਕੇ ਇੱਕੋ ਬਣਾਈ ਹੋਈ ਹੈ। ਇਹ ਕੋਈ ਆੜਤ ਦੀ ਦੁਕਾਨ ਮਾਲੂਮ ਹੁੰਦੀ ਹੈ। ਦੁਪਹਿਰਾਂ ਦੇ 3:30 ਵਜੇ ਦਾ ਵੇਲਾ ਹੈ। ਠੰਡੀ ਹਵਾ ਤੇ ਨਿੱਘੀ ਧੁੱਪ। ਦੁਕਾਨ ਦੇ ਪਿਛਲੇ ਹਿੱਸੇ ਵਿੱਚ ਅਨਾਜ ਦੀਆਂ ਬੋਰੀਆਂ ਚਿਣੀਆਂ ਹੋਈਆਂ ਹਨ ਤੇ ਬਾਹਰਲੇ ਹਿੱਸੇ ਵਿੱਚ ਤਿੰਨੀ ਚੌਂ ਥਾਈਂ ਕਈ ਮੁਨੀਮ ਲੰਮੀਆਂ ਵਹੀਆਂ ਸਾਹਮਣੇ ਰੱਖੀ ਹਿਸਾਬ ਕਿਤਾਬ ਵਿੱਚ ਰੁੱਝੇ ਹੋਏ ਹਨ। ਵਿਚਕਾਰਲੇ ਤਖਤਪੋਸ਼ ਉੱਤੇ 3-4 ਵਪਾਰੀ ਬੈਠੇ ਦਲਾਲਾਂ ਨਾਲ ਚੁੰਝ ਚਰਚਾ ਕਰ ਰਹੇ ਹਨ ਤੇ ਇੱਕ ਆਦਮੀ ਟੈਲੀਫੋਨ ਦਾ ਰਿਸੀਵਰ ਫੜੀ ਕਿਸੇ ਹੋਰ ਫਰਮ ਨਾਲ ਪ੍ਰਸ਼ਨ ਕਰ ਰਿਹਾ ਹੈ। ਸੱਜੇ ਪਾਸੇ ਦੇ ਤਖਤਪੋਸ਼ ਉੱਤੇ ਉਹੀ ਲਾਲਾ ਜੀ ਦਾ ਕਿਰਾਇਆ ਉਗਰਾਉਣ ਵਾਲਾ ਮੁਨਸ਼ੀ ਬੈਠਾ ਇਸ ਵੇਲੇ ਕੋਈ ਚਿੱਠੀ ਲਿਖ ਰਿਹਾ ਹੈ। ਕਿਰਾਏ ਵਾਲੀ ਵਹੀ, ਕੁਝ ਰਸੀਦ ਬੁੱਕਾਂ, ਤਾਰਾਂ ਵਿੱਚ ਟੰਗੀਆਂ ਹੋਈਆਂ ਚਿੱਠੀਆਂ ਦੀਆਂ 1-2 ਫਾਈਲਾਂ ਤੇ ਹੋਰ ਕਿੰਨਾ ਹੀ ਲੱਟਾ ਪੱਟਾ ਉਸ ਦੇ ਅੱਗੇ ਖਿਲਰਿਆ ਪਿਆ ਹੈ, ਪਰ ਉਸ ਦਾ ਕਿਸੇ ਚੀਜ਼ ਵੱਲ ਧਿਆਨ ਨਹੀਂ। ਚਿੱਠੀ ਲਿਖਣ ਤੋਂ ਬਾਅਦ ਕਲਮ ਦੀ ਡੰਡੀ ਨੂੰ ਦੰਦਾਂ ਵਿੱਚ ਲਈ ਉਹ ਚਿੰਤਾ ਵਿੱਚ ਲੀਨ ਹੋ ਗਿਆ। ਇੱਕ ਵਾਰੀ ਸਿਰ ਚੁੱਕ ਕੇ ਉਸਨੇ ਚੋਰ ਅੱਖ ਨਾਲ ਆਪਣੇ ਨਾਲ ਦੇ ਤਖਤਪੋਸ਼ ਨੂੰ ਛੱਡ ਕੇ ਉਦੋਂ ਅਗਲੇ ਵੱਲ ਤੱਕਿਆ, ਜਿੱਥੇ ਇੱਕ ਮੇਜ਼ ਅੱਗੇ ਕੁਰਸੀ ਤੇ ਬੈਠਾ ਕੰਮ ਕਰ ਰਿਹਾ ਸੀ ਉਹੀ ਰੂਪ ਲਾਲ, ਜਿਹੜਾ ਹੁਣ ਤੋਂ 24 ਘੰਟੇ ਪਹਿਲਾਂ ਮੁਨਸ਼ੀ ਦੀਆਂ ਗਾਲਾਂ ਘੁਰਕੀਆਂ ਦਾ ਸ਼ਿਕਾਰ ਸੀ। ਉਸ ਵੱਲ ਤੱਕਦਿਆਂ ਹੀ ਮੁਨਸ਼ੀ ਦੇ ਮੱਥੇ ਤੇ ਵੱਟ ਪੈ ਗਏ। ਈਰਖਾ ਨਾਲ ਉਸਦਾ ਦਿਲ ਘਾਉ-ਮਾਊ ਹੋਣ ਲੱਗਾ। ਚਿੱਠੀ ਤੈਅ ਕਰਕੇ ਜੇਬ ਵਿੱਚ ਪਾਉਂਦਾ ਹੋਇਆ ਉੱਠਿਆ ਤੇ ਛਪਾ-ਛਪ ਸੱਜੇ ਹੱਥ ਵੱਲ ਦੀਆਂ ਪੌੜੀਆਂ ਥਾਂ ਦੀ ਉੱਪਰ ਚੜ੍ਹ ਗਿਆ। ਦੂਜੇ ਪਲ ਉਹ ਇੱਕ ਪੰਜਾਬੀ ਸੇਠ ਦੇ ਸਾਹਮਣੇ ਖੜਾ ਸੀ, ਜਿਹੜਾ ਚੌੜੇ ਕਾਲੀਨ ਉੱਤੇ ਤਕੀਏ ਨਾਲ ਢੋਲਾਈ ਬੈਠਾ ਸੀ, ਜਿਸ ਦੇ ਸਾਹਮਣੇ ਕੋਲਿਆਂ ਦੀ ਅੰਗੀਠੀ ਮੱਗ ਰਹੀ ਸੀ। ਫਰਮ ਦਾ ਮਾਲਕ ਲਾਲਾ ਪ੍ਰਭਦਿਆਲ। ਲਾਲਾ ਹੋਰਾਂ ਦੇ ਸਰੀਰ ਦੀ ਮੋਟਾਈ ਲੰਬਾਈ ਨਾਲੋਂ ਕੁਝ ਹੀ ਘੱਟ ਜਾਪਦੀ ਹੈ। ਚਿਹਰਾ ਬਾਦੀ ਨਾਲ ਫੁੱਲਿਆ ਹੋਇਆ, ਗੋਗੜ ਇਤਨੀ ਵਧੀ ਹੋਈ ਕਿ ਖੜੋਤਿਆਂ ਆਪਣੇ ਪੈਰਾਂ ਨੂੰ ਸ਼ਾਇਦ ਹੀ ਵੇਖ ਸਕਣ। ਉਹਦੇ ਨੱਕ ਦੀ ਘੋੜੀ ਕੁਝ ਵਧੇਕ ਮੋਟੀ ਤੇ ਭੱਦੀ ਜਾਪਦੀ ਹੈ। ਮਾਲਾ ਫੇਰਦਿਆਂ ਹੇਠਲਾ ਬੁੱਲ੍ਹ, ਜਿਹੜਾ ਉਤਲੇ ਨਾਲੋਂ ਵਧੇਕ ਮੋਟਾ ਹੈ, ਜਦ ਹਿਲਦਾ ਹੈ ਤਾਂ ਉਸ ਵਿੱਚੋਂ ਘੜੀ ਦੀ ਟਕ-ਟਕ ਵਰਗੀ ਆਵਾਜ਼ ਸੁਣਾਈ ਦਿੰਦੀ ਹੈ। ਸਾਰਾ ਸਰੀਰ ਡੱਡੂ ਵਰਗਾ ਪੀਲਾ ਤੇ ਡਬਲ ਰੋਟੀ ਵਰਗਾ ਪੋਲਾ ਹੈ, ਪਰ ਗੋਡਿਆਂ ਤੋਂ ਹੇਠਲਾ ਹਿੱਸਾ ਖਾਸਾ ਭੀੜਾ ਜਾਪਦਾ ਹੈ। ਉਮਰ ਆਪਦੀ 50 ਦੇ ਲਗਭਗ ਹੋਵੇਗੀ। ਕਸ਼ਮੀਰੀ ਨੀਮ ਸ਼ਾਲੀ ਵਿੱਚੋਂ ਨਿੱਘਾ ਹੱਥ ਬਾਹਰ ਕੱਢ ਕੇ ਨੱਕ ਉੱਤੇ ਅਗਾਂਹ ਨੂੰ ਤਿਲਕੀ ਹੋਈ ਐਨਕ ਨੂੰ ਰਤਾ ਪਿਛਾਂਹ ਧੱਕ ਕੇ ਤੇ ਮਾਲਾ ਹੱਥੋਂ ਰੱਖ ਕੇ ਲਾਲਾ ਜੀ ਨੇ ਮੁਨਸ਼ੀ ਪਾਸੋਂ ਚਿੱਠੀ ਫੜ ਲਈ ਤੇ ਪੜ੍ਹਨੀ ਸ਼ੁਰੂ ਕੀਤੀ। ਮੁਨਸ਼ੀ ਨੂੰ ਬੈਠਣ ਦਾ ਇਸ਼ਾਰਾ ਕਰਕੇ ਅੱਖਾਂ ਸੁਕੇੜ ਕੇ ਮੁਸਕਰਾਉਂਦੇ ਹੋਏ ਬੋਲੇ, ਕੀ ਗੱਲ ਹੈ ਮੁਲਖ ਰਾਜ, ਇਸ ਅਸਤੀਫੇ ਦਾ ਮਤਲਬ? ਅਦਬ ਨਾਲ ਸਾਹਮਣੇ ਬੈਠਾ ਹੋਇਆ ਮੁਲਖ ਰਾਜ ਰੋਣ ਹਾਕੀ ਆਵਾਜ਼ ਵਿੱਚ ਬੋਲਿਆ, ਕੁਝ ਨਹੀਂ ਜਨਾਬ, ਮੈਂ ਜਾਣਾ ਚਾਹੁੰਦਾ ਹਾਂ। ਪਰ ਕਿਉਂ? ਉਹ ਚੁੱਪ ਰਿਹਾ। ਲਾਲਾ ਨੇ ਫਿਰ ਆਪਣੇ ਪ੍ਰਸ਼ਨ ਨੂੰ ਦੁਹਰਾਇਆ, ਜਿਸ ਦੇ ਮੁਲਖ ਰਾਜ ਨੇ ਦਿਲ ਦਾ ਦੁੱਖ ਫੋਲਣਾ ਸ਼ੁਰੂ ਕੀਤਾ। ਗਰੀਬ ਪਰਿਵਾਰ ਤੁਹਾਡੇ ਦਰ ਦੇ ਟੁਕੜੇ ਖਾਂਦਿਆਂ 7 ਸਾਲ ਹੋ ਗਏ ਨੇ। ਖਿਆਲ ਸੀ ਇੰਨੇ ਚਿਰ ਦੀ ਵਫਾਦਾਰੀ ਦਾ ਕੁਝ ਮੁੱਲ ਪਵੇਗਾ, ਪਰ ਦਾ ਮਤਲਬ? ਲਾਲਾ ਨੇ ਉਸਦੇ ਚਿਹਰੇ ਉੱਤੇ ਨਜ਼ਰ ਗੱਡ ਕੇ ਕਿਹਾ, ਮੈਂ ਮੁਲਖ ਰਾਜ ਤੇਰੇ ਉੱਤੇ ਖੁਸ਼ ਹਾਂ। ਤੈਨੂੰ ਇਹ ਖਿਆਲ ਕਿਉਂ ਆ ਗਿਆ ਕਿ ਤੇਰੀ ਵਫਾਦਾਰੀ ਦਾ ਮੁੱਲ ਨਹੀਂ ਪੈ ਰਿਹਾ? ਜਨਾਬ ਦਾ ਖਿਆਲ ਦਰੁਸਤ ਹੈ, ਪਰ ਮੇਰੀ ਬਦਕਿਸਮਤੀ ਹੈ ਕਿ ਇਸ ਖਿਆਲ ਨੂੰ ਦਿਲੋਂ ਨਹੀਂ ਕੱਢ ਸਕਦਾ। ਮੈਨੂੰ ਸਮਝ ਨਹੀਂ ਆਈ ਤੇਰੀ ਗੱਲ ਦੀ। ਜਨਾਬ, ਜਿੱਥੇ ਟਕੇ ਦੇ ਕਿਰਾਏਦਾਰ ਵੀ ਉੱਠ ਕੇ ਕਾਰਿੰਦਿਆਂ ਦੀ ਬੇਇੱਜ਼ਤੀ ਕਰ ਦੇਣ ਤੇ ਬਜਾਏ ਜਵਾਬ ਤਲਬੀ ਕਰਨ ਦੇ ਉਲਟਾ ਸਗੋਂ ਇਹੋ ਉਹਨਾਂ ਨੂੰ ਅਹੁਦੇ ਦੇ ਕੇ ਸਾਡੇ ਸਿਰ ਤੇ ਸਵਾਰ ਕਰ ਦਿੱਤਾ ਜਾਵੇ, ਉੱਥੇ ਹਜ਼ੂਰ ਆਪ ਹੀ ਸੋਚੋ ਕਿ ਸਾਡੇ ਵਰਗਿਆਂ ਦਾ ਕੀਕਣ ਗੁਜ਼ਾਰਾ ਹੋ ਸਕਦਾ ਹੈ। ਅੱਛਾ, ਆਪਣਾ ਛੋਟਾ ਜਿਹਾ ਸਿਰ ਹਿਲਾਉਂਦੇ ਹੋਏ ਲਾਲਾ ਜੀ ਬੋਲੇ, ਤੇਰਾ ਮਤਲਬ ਰੂਪ ਲਾਲ ਤੋਂ ਹੈ, ਜਿਸ ਨੂੰ ਅੱਜ ਤੋਂ ਕਲਰਕੀ ਦੇ ਕੰਮ ਤੇ ਲਾਇਆ ਗਿਆ ਹੈ। ਹਜ਼ੂਰ ਦਾ ਖਿਆਲ ਦਰੁਸਤ ਹੈ, ਉਹੀ ਜਿਸ ਨੂੰ 70 ਰੁਪਏ ਮਹੀਨੇ ਦੀ ਥਾਂ ਅੱਤਾ ਫਰਮਾਈ ਗਈ ਹੈ ਤੇ ਜਿਸ ਦੀ ਮੈਂ ਕੱਲ੍ਹ ਹੀ ਹਜ਼ੂਰ ਪਾਸ ਸ਼ਿਕਾਇਤ ਕੀਤੀ ਸੀ ਕਿ ਦੋਹਾਂ ਵਹੁਟੀ ਖਾਵੰਦ ਨੇ ਰਲ ਕੇ ਕਿਰਾਇਆ ਲੈਣ ਗਿਆ ਮੇਰੀ ਬੇਇੱਜ਼ਤੀ ਕੀਤੀ, ਮੈਨੂੰ ਲਹੂ ਲੁਹਾਨ ਕਰ ਦਿੱਤਾ। ਕਹਿੰਦਿਆਂ ਮੁਲਖ ਰਾਜ ਦੀਆਂ ਅੱਖਾਂ ਭਰ ਆਈਆਂ। ਉੱਚਾ ਕਹਿਕਾ ਮਾਰ ਕੇ ਹੱਸਦਾ ਹੋਇਆ ਲਾਲਾ ਬੋਲਿਆ, ਓਏ ਮੁਲਖ ਰਾਜ, ਤੂੰ ਤੇ ਨਿਰਾ ਹੀ ਮੂਰਖ ਹੈ। ਤੇਰੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਹੀ ਤਾਂ ਮੈਂ ਉਸਨੂੰ ਨੌਕਰ ਰੱਖਿਆ ਏ
ਤੇ ਜਾਂ ਆਪਣੇ ਸੰਤਾਂ ਦਾ ਕੰਮ ਕੱਢਣ ਲਈ। ਮੁਲਕ ਰਾਜ ਨੇ ਇਸ ਗੱਲ ਦਾ ਮਤਲਬ ਸਮਝਣ ਲਈ ਲਾਲਾ ਦੇ ਚਿਹਰੇ ਵੱਲ ਤੱਕਿਆ। ਲਾਲਾ ਬੋਲਿਆ, ਤੂੰ ਵੇਖੇਂਗਾ ਇਸ ਜੁਰਮ ਦੀ ਉਹਨੂੰ ਕਿੰਨੀ ਕੁ ਸਜ਼ਾ ਮਿਲਦੀ ਹੈ ਤੇ ਸਜ਼ਾ ਉਹਨੂੰ ਦਿੱਤੀ ਵੀ ਜਾਏਗੀ ਤੇਰੇ ਹੱਥੀਂ। ਮੁਲਕ ਰਾਜ ਦੇ ਦੁਖੀ ਦਿਲ ਵਿੱਚ ਖੁਸ਼ੀ ਦਾ ਰੁਮਕਾ ਆਇਆ। ਗੱਲ ਨੂੰ ਹੋਰ ਸਪਸ਼ਟ ਸੁਣਨ ਦੇ ਖਿਆਲ ਨਾਲ ਉਸ ਫਿਰ ਪ੍ਰਸ਼ਨ ਭਰੀ ਨਜ਼ਰ ਲਾਲਾ ਤੇ ਸੁੱਟੀ। ਲਾਲਾ ਕਹਿੰਦਾ ਗਿਆ, ਮੁਲਕ ਰਾਜ, ਇਹ ਜਿਹੜੀ ਉਸਨੂੰ ਕਲਰਕੀ ਦੀ ਥਾਂ ਦਿੱਤੀ ਗਈ ਹੈ, ਇਹ ਸਿਰਫ ਇੱਕ ਨਾਟਕ ਹੈ, ਹੋਰ ਕੁਝ ਨਹੀਂ। ਤੇ ਮੈਂ ਤੇਰੇ ਜਿੰਮੇ ਇੱਕ ਬੜੀ ਜ਼ਿੰਮੇਵਾਰੀ ਦਾ ਕੰਮ ਲਾਉਣਾ ਚਾਹੁੰਦਾ ਹਾਂ ਜਿਸ ਵਿੱਚ ਤੇਰਾ ਵੀ ਭਲਾ ਹੈ। ਮੁਲਕ ਰਾਜ ਦੇ ਦਿਲ ਨੂੰ ਚੋਖੀ ਧਰਵਾਸ ਹੋਈ। ਉਸਨੇ ਪੁੱਛਿਆ, ਮੇਰੇ ਲਾਇਕ ਜੋ ਵੀ ਸੇਵਾ ਹੋਵੇ ਕਰਨ ਨੂੰ ਤਿਆਰ ਹਾਂ ਜਨਾਬ। ਲਾਲਾ ਕੁਝ ਚਿਰ ਚੁੱਪ ਰਿਹਾ, ਫਿਰ ਬੋਲਿਆ, ਤੂੰ ਮੁਲਕ ਰਾਜ ਮੈਨੂੰ ਯਕੀਨ ਦਿਵਾ ਸਕਣਾ ਏ ਕਿ ਮੈਂ ਤੈਨੂੰ ਇਤਬਾਰੀਆਂ ਵਿੱਚ ਥਾਂ ਦਿਆਂ ਤੇ ਤੂੰ ਪੂਰਾ ਉਤਰੇਂਗਾ। ਹਜ਼ੂਰ ਦਾ ਖਿਆਲ ਦਰੁਸਤ ਹੈ ਗਰੀਬ ਪਰਿਵਾਰ। ਕੀ ਤੁਹਾਨੂੰ ਅੱਗੇ ਮੇਰੀ ਵਫਾਦਾਰੀ ਕੁਝ ਸ਼ੱਕੀ ਮਾਲੂਮ ਹੁੰਦੀ ਹੈ? ਬਿਲਕੁਲ ਨਹੀਂ। ਜੇ ਗੱਲ ਹੁੰਦੀ ਤਾਂ ਮੈਂ ਤੈਨੂੰ ਜੋ ਕੁਝ ਇਸ ਵੇਲੇ ਕਹਿਣ ਲੱਗਾ ਹਾਂ ਕਦੇ ਨਾ ਕਹਿੰਦਾ। ਪਰ ਮੈਂ ਤੈਥੋਂ ਇੱਕ ਗੱਲ ਦਾ ਇਕਰਾਰ ਲੈਣਾ ਚਾਹੁੰਦਾ ਹਾਂ ਕਿ ਤੂੰ ਅਖੀਰਲੇ ਦਮ ਤੱਕ ਮੇਰਾ ਸਾਥ ਦੇਵੇਂਗਾ, ਮੇਰੇ ਭੇਦਾਂ ਨੂੰ ਦਿਲ ਦੇ ਜ਼ਿੰਦਰੇ ਵਿੱਚ ਰੱਖੇਂਗਾ। ਜਨਾਬ, ਭਾਵੇਂ ਮੇਰੇ ਸਰੀਰ ਦਾ ਕੋਈ ਕੀਮਾ ਕੱਟ ਸੁੱਟੇ, ਕਦੇ ਬੇਵਫਾਈ ਦਾ ਦਾਗ ਆਪਣੇ ਮੱਥੇ ਤੇ ਨਹੀਂ ਲੱਗਣ ਦਿਆਂਗਾ। ਕੋਈ ਵੀ ਭੇਦ ਮੇਰੇ ਦਿਲ ਵਿੱਚ ਉੱਠ ਕੇ ਬੁੱਲਾਂ ਤੀਕ ਨਹੀਂ ਆਵੇਗਾ। ਸ਼ਾਬਾਸ਼। ਲਾਲਾ ਨੇ ਉਹਦੀ ਪਿੱਠ ਤੇ ਥਾਪੀ ਦਿੰਦਿਆਂ ਕਿਹਾ, ਅੱਜ ਤੋਂ ਹੀ ਮੈਂ ਤੇਰਾ ਕੰਮ ਤੇਰੇ ਜਿੰਮੇ ਲਾਂਦਾ ਹਾਂ ਤੇ ਇਸ ਦੇ ਬਦਲੇ ਹਾਲੇ ਮੈਂ ਤੇਰੀ ਤਨਖਾਹ 30 ਤੋਂ 60 ਕਰਦਾ ਹਾਂ। ਇਸ ਤੋਂ ਬਿਨਾਂ ਮਕਾਨ ਦਾ ਕਿਰਾਇਆ ਤੇ 25 ਰੁਪਏ ਅਲਾਇੰਸ ਵੱਖਰਾ। ਜੇ ਤੂੰ ਪੂਰੀ ਤਰ੍ਹਾਂ ਮੇਰਾ ਵਫਾਦਾਰ ਬਣ ਕੇ ਰਹੇ ਤਾਂ ਸਾਲ ਦੇ ਅੰਦਰ ਅੰਦਰ ਤੂੰ ਦਿੱਲੀ ਦੇ ਅਮੀਰਾਂ ਵਿੱਚ ਗਿਣਿਆ ਜਾਵੇਂਗਾ। ਜਿੱਥੇ ਅੱਜ ਤੂੰ ਕਿਰਾਇਆ ਉਗਰਾਉਣ ਵਾਲਾ ਮੁਨਸ਼ੀ ਹੈ, ਉੱਥੇ ਤੂੰ ਵੇਖੇਂਗਾ ਕਿ ਇਹੋ ਜਿਹੇ ਮੁਨਸ਼ੀ ਤੇਰੇ ਨੌਕਰ ਹੋਣਗੇ ਤੇ ਤੂੰ ਕਈ ਮਕਾਨਾਂ ਦਾ ਖੁਦ ਮਾਲਕ ਹੋਵੇਂਗਾ। ਮੁਲਕ ਰਾਜ ਦੀਆਂ ਅੱਖਾਂ ਅੱਗੇ ਕੋਈ ਸੁਨਹਿਰੀ ਸਵਰਗ ਫਿਰਨ ਲੱਗਾ। ਉਸ ਦਾ ਦਿਲ ਕਹਿ ਰਿਹਾ ਸੀ ਕਿ ਮੈਂ ਸੱਚਮੁੱਚ। ਉਸਨੇ ਧੰਨਵਾਦ ਭਰਿਆ ਸਿਰ ਨਿਵਾਇਆ ਤੇ ਥਰਕਦੀ ਆਵਾਜ਼ ਵਿੱਚ ਬੋਲਿਆ, ਹਜ਼ੂਰ, ਜੇ ਤੁਸੀਂ ਇਸ ਨਾਚੀਜ਼ ਉੱਤੇ ਇਤਨੀ ਅਨਾਇਤ ਕਰ ਰਹੇ ਹੋ ਤਾਂ ਇਹ ਖਾਕਸਾਰ ਵੀ ਆਪਣੇ ਅੰਨਦਾਤਾ ਦੀ ਵਫਾਦਾਰੀ ਵਿੱਚ ਜਾਨ ਲੜਾਨੋਂ ਪਿੱਛੇ ਨਹੀਂ ਹਟੇਗਾ। ਮੇਰੇ ਚਮੜੇ ਦੀਆਂ ਜੁੱਤੀਆਂ ਸਵਾ ਲਓ ਤਾਂ ਵੀ ਸੀ ਨਹੀਂ ਕਰਾਂਗਾ। ਬੂਹਾ ਬੰਦ ਕਰ ਦੇ, ਕਹਿ ਕੇ ਲਾਲਾ ਨੇ ਇੱਧਰੋਂ ਉੱਧਰੋਂ ਤੱਕਿਆ। ਮੁਲਕ ਰਾਜ ਨੇ ਝੱਟ ਉੱਠ ਕੇ ਹੁਕਮ ਦੀ ਪਾਲਣਾ ਕੀਤੀ ਤੇ ਫਿਰ ਆਪਣੀ ਥਾਂ ਆ ਬੈਠਾ। ਲਾਲਾ ਬੋਲਿਆ, ਵੇਖ ਮੁਲਕ ਰਾਜ, ਅੱਜ ਤੋਂ ਮੈਂ ਤੈਨੂੰ ਆਪਣੇ ਇੱਕ ਰਾਜ ਦਾ ਰਾਜਦਾਨ ਬਣਾਉਣ ਲੱਗਾ ਹਾਂ। ਤੈਨੂੰ ਇੱਕ ਐਸੀ ਜ਼ਿੰਮੇਦਾਰੀ ਸੌਂਪਣ ਲੱਗਾ ਹਾਂ ਜਿਸ ਨੂੰ ਸੌਂਪਣ ਲੱਗਿਆ ਹਜੇ ਵੀ ਮੇਰਾ ਦਿਲ ਡਰਦਾ ਹੈ। ਮੁਲਕ ਰਾਜ ਦ੍ਰਿੜਤਾ ਆਵਾਜ਼ ਵਿੱਚ ਬੋਲਿਆ, ਹਜ਼ੂਰ ਦਾ ਖਿਆਲ ਬਜਾ ਹੈ, ਪਰ ਜਨਾਬ ਜਾਨ ਹੀ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਤੇ ਮੁਲਕ ਰਾਜ ਇਹੋ ਜਿਹੀਆਂ ਹਜ਼ਾਰਾਂ ਜਾਨਾਂ ਆਪਣੇ ਆਕਾਂ ਲਈ ਕੁਰਬਾਨ ਕਰ ਸਕਦਾ ਹੈ। ਤੁਹਾਨੂੰ ਆਪਣੇ ਖਾਦਮ ਦਾ ਭਰੋਸਾ। ਵਿੱਚੋਂ ਹੀ ਲਾਲਾ ਬੋਲਿਆ, ਨਹੀਂ, ਮੈਨੂੰ ਹੋਰ ਕੁਝ ਸੁਣਨ ਦੀ ਲੋੜ ਨਹੀਂ। ਮੈਂ ਤੇਰਾ ਹਰ ਤਰ੍ਹਾਂ ਇਤਬਾਰ ਕਰਦਾ ਹਾਂ। ਤੇ ਉਸਨੇ ਆਪਣੀ ਅਸਲ ਗੱਲ ਦਾ ਮੁੱਢ ਇਸ ਤਰ੍ਹਾਂ ਆਰੰਭਿਆ, ਤੂੰ ਜਾਣਨਾ ਏ ਰੂਪ ਲਾਲ ਨੂੰ ਝਟਪਟ ਇਹ ਨੌਕਰੀ ਕਿਉਂ ਦਿੱਤੀ ਗਈ? ਹਜ਼ੂਰ, ਜੇ ਮੈਂ ਜਾਣਦਾ ਹੁੰਦਾ ਤਾਂ ਮੈਨੂੰ ਇੰਨਾ ਰੰਜ ਹੀ ਕਿਉਂ ਹੁੰਦਾ? ਤੈਨੂੰ ਇਸ ਰਾਜ ਦਾ ਪਤਾ ਨਹੀਂ, ਤੂੰ ਉਸਦੀ ਵਹੁਟੀ ਨੂੰ ਵੇਖਿਆ ਏ? ਗੱਲ ਦਾ ਕੁਝ ਭੇਦ ਮੁਲਕ ਰਾਜ ਦੀ ਸਮਝ ਵਿੱਚ ਆਇਆ। ਉਹ ਬੋਲਿਆ, ਜੀ ਹਾਂ, ਬਹੁਤ ਵਾਰੀ। ਉਸੇ ਨੇ ਹੀ ਤਾਂ ਕੱਲ ਮੇਰਾ ਹੋਠ ਜ਼ਖਮੀ ਕੀਤਾ ਸੀ। ਮੁਲਕ ਰਾਜ, ਤੇਰਾ ਉਸਨੇ ਸਿਰਫ ਹੋਠ ਹੀ ਜ਼ਖਮੀ ਕੀਤਾ ਸੀ, ਪਰ ਮੇਰਾ ਦਿਲ ਹੀ ਘਾਇਲ ਕਰ ਸੁੱਟਿਆ ਸੀ। ਹੁਣ ਮੁਲਕ ਰਾਜ ਨੂੰ ਅਸਲੀਅਤ ਦੀ ਸਮਝ ਆਈ। ਉਸਦਾ ਦਿਲ ਖੁਸ਼ੀ ਨਾਲ ਨੱਚ ਉੱਠਿਆ। ਸੋਚਣ ਲੱਗਾ, ਤਾਂ ਹੁਣ ਰੂਪ ਲਾਲ ਦੀ ਖਬਰ ਲਵਾਂਗਾ, ਦੱਸਾਂਗਾ ਕਿ ਇਉਂ ਕਿਰਾਇਆ ਲੈਣ ਆਇਆਂ ਦੀ ਬੇਇੱਜ਼ਤੀ ਕਰਾਈ ਦੀ ਏ ਤੇ ਮਾਲਕ ਦੀ ਸੇਵਾ ਝੁੰਗੇ ਵਿੱਚ। ਉਹ ਲਾਲਾ ਦੀ ਗੱਲ ਨੂੰ ਹੋਰ ਮਿਰਚ ਮਸਾਲਾ ਲਾ ਕੇ ਬੋਲਿਆ, ਹਜ਼ੂਰ ਦਾ ਕਹਿਣ ਬੱਜਾ ਹੈ। ਉਸਦੇ ਹੁਸਨ ਨੇ ਤਾਂ ਕਈਆਂ ਦੇ ਦਿਲ ਜ਼ਖਮੀ ਕੀਤੇ ਹੋਏ ਨੇ ਹਜ਼ੂਰ। ਮੈਂ ਕੀ ਸਿਫਤ ਕਰਾਂ ਉਹਦੀ ਤੁਹਾਡੇ ਅੱਗੇ। ਗੁਸਤਾਖੀ ਮੁਆਫ, ਉਹ ਹੈ ਹੀ ਹਜ਼ੂਰ ਦੇ ਲਾਇਕ। ਉਹ ਮਨਹੂਸ ਰੂਪਾ ਖਬਰੇ ਕਿਸ ਤਰ੍ਹਾਂ ਪੱਲੇ ਪੈ ਗਿਆ ਉਸਦੇ। ਮੈਂ ਤੇ ਜਨਾਬ ਜਦੋਂ ਉਸਨੂੰ ਵੇਖਦਾ ਸਾਂ, ਰਸ਼ਕ ਕਰਦਾ ਸਾਂ ਕਿ ਮੇਰੇ ਮਾਲਕ ਵਰਗੇ ਕਿਸੇ ਸ਼ਾਹ ਨਸੀਬ ਦੇ ਮਹਿਲਾਂ ਦਾ ਸ਼ਿੰਗਾਰ ਸੀ। ਪਰ ਤੂੰ ਮੇਰੇ ਅੱਗੇ ਜ਼ਿਕਰ ਤੇ ਕਦੇ ਨਹੀਂ ਸੀ ਕੀਤਾ। ਹਜ਼ੂਰ ਦਾ ਖਿਆਲ ਬਜ਼ਾ ਹੈ, ਪਰ ਛੋਟਾ ਮੂੰਹ ਬੜੀ ਬਾਤ। ਮੈਨੂੰ ਜੇ ਅੱਜ ਵਰਗੀ ਗਰੀਬ ਨਿਵਾਜ਼ੀ ਮਿਲੀ ਹੁੰਦੀ ਤਾਂ ਮੈਂ ਦੱਸਣੋਂ ਕਦੇ ਨਾ ਰੁਕਦਾ। ਮੈਂ ਤੇ ਮੁਲਕ ਰਾਜ ਕੱਲ ਹੀ ਉਹਨੂੰ ਵੇਖਿਆ ਏ ਕਥਾ ਵਿੱਚ। ਉਸੇ ਵੇਲੇ ਤੋਂ ਮੇਰਾ ਖਾਣਾ ਪੀਣਾ ਹਰਾਮ ਹੋ ਰਿਹਾ ਏ। ਹਜ਼ੂਰ ਦਾ ਖਿਆਲ ਦਰੁਸਤ ਹੈ, ਪਰ ਇਹ ਕੋਈ ਮੁਸ਼ਕਿਲ ਕੰਮ ਨਹੀਂ। ਤੁਹਾਡਾ ਖਾਕਸਾਰ
ਵਿੱਚੋਂ ਹੀ ਲਾਲਾ ਬੋਲਿਆ, ਪਰ ਮੁਲਖ ਰਾਜ, ਇਹ ਕੰਮ ਓਨਾ ਸੌਖਾ ਨਹੀਂ ਜਿੰਨਾ ਤੂੰ ਸਮਝਣਾ ਏ। ਕਿਉਂ ਹਜ਼ੂਰ? ਇਸ ਲਈ ਕਿ ਇੱਕ ਬੜਾ ਖਤਰਨਾਕ ਆਦਮੀ ਉਹਦੇ ਰੂਪ ਜੋਬਨ ਦੀ ਅੱਗ ਵਿੱਚ ਝੁਲਸਿਆ ਪਿਆ ਏ। ਕੌਣ ਜੀ? ਉਹੀ ਓਂਕਾਰ ਨਾਥ ਭਾਜੀ। ਹਜ਼ੂਰ ਦਾ ਖਿਆਲ ਦਰੁਸਤ ਹੈ। ਜਨਾਬ ਨੂੰ ਇਸ ਗੱਲ ਦਾ ਇਲਮ ਕਿਵੇਂ ਹੋਇਆ? ਕੱਲ ਦੀ ਕਥਾ ਵਿੱਚ ਹੀ ਉਸਨੇ ਵੱਖਰਿਆਂ ਹੋ ਕੇ ਮੈਨੂੰ ਕਿਹਾ ਕਿ ਉਹ ਇਸ ਸੁਨਹਿਰੀ ਬੁਲਬੁਲ ਨੂੰ ਫਸਾਉਣਾ ਚਾਹੁੰਦਾ ਹੈ ਤੇ ਮੈਂ ਇਸ ਵਿੱਚ ਉਸਦੀ ਮਦਦ ਕਰਾਂ। ਪਰ ਮੁਲਖ ਰਾਜ, ਤੂੰ ਆਪ ਹੀ ਸੋਚ, ਮੈਂ ਉਸ ਭੜੂਏ ਦੀ ਕੀ ਮਦਦ ਕਰਾਂ ਜਦਕਿ ਮੈਂ ਆਪ ਹੀ ਪਹਿਲੀ ਨਜ਼ਰੇ ਉਸਦਾ ਸ਼ਿਕਾਰ ਹੋ ਗਿਆ ਹਾਂ। ਹਜ਼ੂਰ ਦਾ ਖਿਆਲ ਦਰੁਸਤ ਹੈ, ਪਰ ਜਨਾਬ ਉਹ ਸੰਤ ਬਾਬਤ ਤੇ ਸੁਣਿਆ ਏ। ਤੂੰ ਕੀ ਸੁਣਿਆ ਹੋਵੇਗਾ? ਉਹਦੇ ਸਾਰੇ ਰਾਜ ਮੇਰੇ ਕੋਲ ਨੇ, ਪਰ ਮੈਂ ਉਹਨੂੰ ਇਸ ਕੰਮ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗਾ। ਉੱਤੋਂ ਤੇ ਮੈਂ ਉਸਦੀ ਮਦਦ ਦਾ ਇਕਰਾਰ ਕੀਤਾ ਹੈ, ਪਰ ਅਸਲ ਵਿੱਚ ਮੈਂ ਉਸਨੂੰ ਧੋਖੇ ਵਿੱਚ ਰੱਖ ਕੇ ਆਪਣਾ ਮਤਲਬ ਕੱਢਣਾ ਚਾਹੁੰਦਾ ਵਾਂ। ਤੇ ਇਸ ਕੰਮ ਵਿੱਚ ਇੱਕ ਹੋਰ ਗੱਲ ਵੀ ਮਦਦਗਾਰ ਸਾਬਿਤ ਹੋਵੇਗੀ ਕਿ ਉਸ ਸੰਤ ਨੇ ਕੁਝ ਦਿਨਾਂ ਤੀਕ ਅੰਮ੍ਰਿਤਸਰ ਜਾਣਾ ਹੈ। ਕੱਲ ਹੀ ਉਹਨੇ ਮੇਰੇ ਅੱਗੇ ਜ਼ਿਕਰ ਕੀਤਾ ਸੀ। ਕਹਿੰਦਾ ਸੀ ਮੈਨੂੰ ਇੱਕ ਜ਼ਰੂਰੀ ਕੰਮ ਲਈ ਜਾਣਾ ਪਵੇਗਾ। ਮੇਰਾ ਖਿਆਲ ਹੈ ਉਹ ਅੰਮ੍ਰਿਤਸਰ ਕਿਸੇ ਮਾਰ ਉੱਤੇ ਹੀ ਜਾ ਰਿਹਾ ਹੈ, ਸੋ ਮੈਂ ਨਹੀਂ ਚਾਹੁੰਦਾ ਕਿ ਉਹ ਦੋਹੀਂ ਪਾਸੀ ਹੱਥ ਮਾਰੇ। ਤੁਸੀਂ ਠੀਕ ਫਰਮਾ ਰਹੇ ਹੋ ਜਨਾਬ। ਹਜ਼ੂਰ ਦਾ ਖਿਆਲ ਦਰੁਸਤ ਹੈ। ਤਾਂ ਤੇ ਮਾਲੂਮ ਹੁੰਦਾ ਹੈ ਉਸਦੀਆਂ ਬਹੁਤ ਸਾਰੀਆਂ ਗੱਲਾਂ ਦਾ ਹਜ਼ੂਰ ਨੂੰ ਪਤਾ ਏ। ਬੇਉੜਕ ਗੱਲਾਂ ਦਾ, ਲਾਲਾ ਨੇ ਕਿਹਾ। ਤੈਨੂੰ ਖੁਦ ਹੀ ਕੁਝ ਦਿਨਾਂ ਤੱਕ ਪਤਾ ਲੱਗ ਜਾਵੇਗਾ ਕਿ ਇਹ ਸੰਤ ਅਸਲ ਵਿੱਚ ਕੀ ਹੈ ਤੇ ਮੇਰੇ ਨਾਲ ਇਸਦਾ ਕੀ ਤਲਕ ਹੈ। ਖੈਰ ਇਹਨਾਂ ਗੱਲਾਂ ਨੂੰ ਛੱਡੋ, ਹਾਲੇ ਸਾਨੂੰ ਆਪਣੇ ਕੰਮ ਨਾਲ ਗਰਜ਼ ਹੋਣੀ ਚਾਹੀਦੀ ਏ। ਜੀ ਹਾਂ, ਹਜ਼ੂਰ ਦਾ ਖਿਆਲ ਦਰੁਸਤ ਹੈ, ਪਰ ਫਿਰ ਵੀ ਮੇਰਾ ਖਿਆਲ ਹੈ ਮਨੋਰਮਾ ਨੂੰ ਹਾਸਲ ਕਰਨਾ ਜਾਂ ਉਸਨੂੰ ਸੰਤਾਂ ਦੇ ਪੰਜੇ ਚੋਂ ਖੋਹਣਾ ਕੋਈ ਐਡਾ ਔਖਾ ਕੰਮ ਨਹੀਂ। ਮੁਲਖ ਰਾਜ, ਤੂੰ ਉਸ ਸੰਤ ਦਾ ਵਾਕਿਫ ਨਹੀਂ। ਉਹ ਬੜਾ ਖਤਰਨਾਕ, ਬੜਾ ਸਮਝਦਾਰ ਆਦਮੀ ਹੈ। ਉਸਨੂੰ ਧੋਖਾ ਦੇਣਾ ਇਤਨਾ ਸੌਖਾ ਨਹੀਂ ਜਿੰਨਾ ਤੂੰ ਸਮਝ ਰਿਹਾ ਏ, ਖਾਸ ਕਰਕੇ ਉਸ ਹਾਲਤ ਵਿੱਚ ਜਦ ਕਿ ਉਸਨੇ ਇਸ ਕੰਮ ਦੀ ਬਹੁਤ ਹੱਦ ਤੱਕ ਜ਼ਿੰਮੇਵਾਰੀ ਮੇਰੇ ਉੱਤੇ ਸੁੱਟੀ ਹੋਈ ਏ। ਸਾਨੂੰ ਕੋਈ ਮਜ਼ਬੂਤ ਕਦਮ ਉਠਾਉਣਾ ਪਵੇਗਾ। ਹਜ਼ੂਰ ਦਾ ਖਿਆਲ ਦਰੁਸਤ ਹੈ। ਤਾਂ ਤੇ ਸਾਨੂੰ ਮਜ਼ਬੂਤ ਕਦਮ ਉਠਾਉਣਾ ਪਵੇਗਾ। ਤੈਨੂੰ ਪਤਾ ਹੈ ਮੁਲਖ ਰਾਜ ਕਿ ਰੂਪ ਲਾਲ ਅਕਸਰ ਬਿਮਾਰ ਰਹਿੰਦਾ ਹੈ। ਜੀ ਹਾਂ, ਹਜ਼ੂਰ ਦਾ ਖਿਆਲ ਦਰੁਸਤ ਹੈ। ਉਸਦੀ ਸ਼ਕਲ ਤੋਂ ਇਹੋ ਜ਼ਾਹਿਰ ਹੁੰਦਾ ਏ। ਖੰਘ ਤਾਂ ਉਸਨੂੰ ਲੱਗੀ ਰਹਿੰਦੀ ਹੈ, ਸ਼ਾਇਦ ਤਪ, ਤੇ ਇਹ ਸਾਡੇ ਲਈ ਹੋਰ ਵੀ ਚੰਗਾ ਹੋਵੇਗਾ। ਹਜ਼ੂਰ ਦਾ ਮਤਲਬ? ਲਾਲਾ ਨੇ ਚੌਕਸ ਨਜ਼ਰ ਨਾਲ ਆਪਣੇ ਸੱਜੇ ਖੱਬੇ ਇਸ ਤਰ੍ਹਾਂ ਤੱਕਿਆ ਮਾਨੋ ਉਸਦੀਆਂ ਗੱਲਾਂ ਨੂੰ ਕੋਈ ਸੁਣ ਨਾ ਰਿਹਾ ਹੋਵੇ। ਭਾਵੇਂ ਅੰਦਰੋਂ ਬੂਹਾ ਵੱਜਾ ਹੋਇਆ ਹੋਣ ਕਰਕੇ ਸ਼ੱਕ ਦੀ ਗੁੰਜਾਇਸ਼ ਨਹੀਂ ਸੀ। ਉਸਨੇ ਮੁਲਖ ਰਾਜ ਨੂੰ ਹੋਰ ਨੇੜੇ ਹੋਣ ਦਾ ਇਸ਼ਾਰਾ ਕੀਤਾ ਤੇ ਫਿਰ ਉਸਦੇ ਕੰਨ ਨਾਲ ਮੂੰਹ ਲਾ ਕੇ ਚੋਖਾ ਚਿਰ ਕੁਝ ਕਹਿੰਦਾ ਰਿਹਾ। ਮੁਲਖ ਰਾਜ ਦਾ ਚਿਹਰਾ, ਜਿਹੜਾ ਹਜੇ ਹੁਣੇ ਨਵੀਆਂ ਖੁਸ਼ੀਆਂ ਤੇ ਸਫਲਤਾ ਨਾਲ ਦਗਦਗ ਕਰ ਰਿਹਾ ਸੀ, ਇੱਕਦਮ ਪੀਲਾ ਪੈ ਗਿਆ। ਉਸਦੀਆਂ ਅੱਖਾਂ ਮੁਰਦੇ ਵਾਂਗ ਟਿਕ ਗਈਆਂ ਤੇ ਦਿਲ ਦੀ ਧੜਕਣ ਸੁਣਾਈ ਦੇਣ ਲੱਗੀ। ਇੱਥੇ ਤੱਕ ਕਿ ਉਸਦੇ ਮੱਥੇ ਤੇ ਤਰੇਲੀਆਂ ਛੁੱਟ ਪਈਆਂ। ਡਰ ਨਾਲ ਉਸਨੂੰ ਆਪਣਾ ਸਾਹ ਰੁਕਦਾ ਰੁਕਦਾ ਜਾਪਣ ਲੱਗਾ। ਲਾਲਾ ਨੇ ਉਸਦੀ ਹਾਲਤ ਨੂੰ ਅਨੁਭਵ ਕੀਤਾ ਤੇ ਉਸਦਾ ਮੋਢਾ ਫੜ ਕੇ ਬੋਲਿਆ, ਮੇਰੇ ਦੋਸਤ, ਅਮੀਰ ਬਣਨਾ, ਜ਼ਿੰਦਗੀ ਨੂੰ ਸੁੱਖਾਂ ਦੇ ਪੰਘੂੜਿਆਂ ਵਿੱਚ ਝੁਟਾਉਣਾ ਸੁਖਾਲਾ ਨਹੀਂ, ਇਸ ਦੀ ਕੀਮਤ ਦੇਣੀ ਪੈਂਦੀ ਏ। ਮੁਲਖ ਰਾਜ, ਤੂੰ ਕੀ ਫਜ਼ੂਲ ਖਿਆਲੀ ਪਾਪਾ ਪੁੰਨਾਂ ਦੀ ਉਲਝਣ ਵਿੱਚ ਪੈ ਗਿਆ ਏ? ਪਾਪ ਪੁੰਨ ਕੋਈ ਚੀਜ਼ ਨਹੀਂ, ਬਸ ਇਹ ਜੱਗ ਮਿੱਠਾ ਤੇ ਅਗਲਾ ਕਿਸੇ ਨਾ ਡਿੱਠਾ। ਕੁਝ ਵੀ ਮੁਸ਼ਕਿਲ ਨਹੀਂ, ਰਤਾ ਕੂ ਦਿਲ ਮਜ਼ਬੂਤ ਕਰਨ ਦੀ ਲੋੜ ਹੈ। ਤੂੰ ਮੇਰੀ ਤਾਕਤ ਦਾ ਹਜੇ ਅੰਦਾਜ਼ਾ ਨਹੀਂ ਲਾਇਆ। ਦਿੱਲੀ ਦੀ ਪੁਲਿਸ ਦਾ ਛੋਟੇ ਤੋਂ ਲੈ ਕੇ ਵੱਡਾ ਮੁਲਾਜ਼ਮ ਮੇਰੀ ਮੁੱਠੀ ਵਿੱਚ ਹੈ। ਕੋਈ ਤੇਰਾ ਵਾਲ ਵਿੰਗਾ ਨਹੀਂ ਕਰ ਸਕੇਗਾ। ਜੇ ਤੂੰ ਇਸ ਕੰਮ ਵਿੱਚ ਕਾਮਯਾਬ ਹੋ ਗਿਓ ਤਾਂ ਬਸ ਬੇੜਾ ਪਾਰ। ਜਲਦੀ ਹੀ ਤੂੰ ਆਪਣੇ ਆਪ ਨੂੰ ਇੱਕ ਆਲੀਸ਼ਾਨ ਕੋਠੀ ਵਿੱਚ ਐਸ਼ ਦੀ ਬੰਸਰੀ ਵਜਾਂਦਾ ਦੇਖੇਗਾ। ਤੇਰੇ ਬੂਹੇ ਤੇ 15,000 ਦੀ ਕਾਰ ਖੜੋਤੀ ਹੋਵੇਗੀ ਤੇ ਤੇਰਾ ਵਰਦੀ ਵਾਲਾ ਦਰਵਾਨ ਜਿੰਨੀ ਵਾਰੀ ਤੂੰ ਲੰਘੇਗਾ ਤੈਨੂੰ ਝੁਕ ਝੁਕ ਕੇ ਸਲਾਮਾ ਕਰੇਗਾ। ਮੇਰੇ ਵੱਲ ਵੇਖ, ਇਹ ਸਾਰਾ ਅਸਚਵਰਜ ਕਿੱਥੋਂ ਆਇਆ? ਇਹ ਲੱਖਾਂ ਦੀਆਂ ਜਾਇਦਾਦਾਂ ਕਿਸ ਦੀ ਮਿਹਰਬਾਨੀ ਨਾਲ? ਅੱਜ ਸ਼ਹਿਰ ਦੇ ਕਈ ਅਨਾਥਾਲय, ਕਈ ਸਕੂਲ ਤੇ ਕਈ ਧਾਰਮਿਕ ਸੰਸਥਾਵਾਂ ਮੇਰੇ ਪੈਸੇ ਨਾਲ ਚੱਲ ਰਹੀਆਂ ਨੇ। ਅਖਬਾਰਾਂ ਤੇ ਪਬਲਿਕ ਜਲਸਿਆਂ ਵਿੱਚ ਮੈਨੂੰ ਮਹਾਦਾਨੀ ਕਿਹਾ ਜਾਂਦਾ ਹੈ। ਕੋਈ ਦਿਨ ਆਵੇਗਾ ਕਿ ਇਹ ਸਾਰੇ ਸੁੱਖ ਤੈਨੂੰ ਵੀ ਪ੍ਰਾਪਤ ਹੋਣਗੇ। ਅਖੀਰ ਲੋਭ ਨੇ ਡਰ ਉੱਤੇ ਫਤਿਹ ਪਾਈ। ਐਸ਼ਵਰਿਆ ਨੇ ਵਿਵੇਕ ਨੂੰ ਪਛਾੜ ਸੁੱਟਿਆ। ਵਾਸ਼ਨਾ ਨੇ ਸੰਜਮ ਦੀ ਸੰਗੀ ਘੁੱਟ ਦਿੱਤੀ। ਜਿਉਂ-ਜਿਉਂ ਲਾਲਾ ਵੇਗ ਵਿੱਚ ਆਇਆ, ਉਪਰੋਕਤ ਗੱਲਾਂ ਕਹਿੰਦਾ ਗਿਆ, ਮੁਲਖ ਰਾਜ ਦੀਆਂ ਅੱਖਾਂ ਅੱਗੇ ਹੋਰ ਦੁਨੀਆ ਆਬਾਦ ਹੁੰਦੀ ਗਈ। ਕੋਠੀਆਂ, ਮੋਟਰਾਂ, ਨੌਕਰ, ਐਸ਼ ਇਸ਼ਰਤ, ਜੋ ਲਾਲਾ ਦੇ ਮੂੰਹੋਂ ਨਿਕਲਦਾ ਉਹੀ ਮੁਲਖ ਰਾਜ ਦੀਆਂ ਅੱਖਾਂ ਸਾਹਮਣੇ ਉਸਰਦਾ ਤੁਰਿਆ ਜਾਂਦਾ। ਉਹ ਕਲਪਨਾ ਦੁਆਰਾ ਉਸੇ ਸ਼ਾਨ ਨਾਲ ਇੱਕ ਕੋਠੀ ਦੇ ਫੁੱਲਾਂ ਲੱਦੇ ਜੈਨ ਵਿੱਚ ਫਿਰ ਰਿਹਾ ਸੀ। ਦਰਬਾਨ ਝੁਕ ਕੇ ਸਲਾਮਾ ਕਰ ਰਿਹਾ ਸੀ ਤੇ ਫਾਟਕ ਅੱਗੇ ਖੜੀ ਕਾਰ ਸੂਰਜ ਦੀਆਂ ਕਿਰਨਾਂ ਪੈਣ ਨਾਲ ਲਿਸ਼ਕ ਰਹੀ ਸੀ। ਉਸ ਦਾ ਡਰ ਦੂਰ ਹੋ ਗਿਆ ਤੇ ਉਸਨੇ ਪ੍ਰਵਾਨਗੀ ਦਾ ਸਿਰ ਲਾਲਾ ਅੱਗੇ ਝੁਕਾ ਦਿੱਤਾ।
ਲਾਲਾ ਨੇ ਇੱਕ ਹੋਰ ਥਾਪੀ ਦਿੱਤੀ। ਮੁਲਕ ਰਾਜ ਦੇ ਸਰੀਰ ਵਿੱਚ ਮਾਨੋ ਹਾਥੀ ਜਿੰਨਾ ਬਲ ਆ ਗਿਆ। ਉਸ ਦੇ ਹੱਥਾਂ ਵਿੱਚ ਨੋਟਾਂ ਦੀ ਇੱਕ ਥੱਬੀ ਸੀ, ਨਿੱਜੀ ਖਰਚਾ ਲਈ। ਇਹ ਕਿਸ ਵੇਲੇ ਲਾਲਾ ਨੇ ਉਹਨੂੰ ਫੜਾ ਦਿੱਤੀ, ਉਹਨੂੰ ਪਤਾ ਤੱਕ ਨਹੀਂ ਲੱਗਿਆ। ਉਸ ਦੀ ਛਾਤੀ ਵਿੱਚ ਨਿੱਘ ਸੀ, ਸਿਰ ਵਿੱਚ ਖੁਮਾਰੀ ਤੇ ਅੱਖਾਂ ਵਿੱਚ ਸਰੂਰ। ਇੱਕ ਵਾਰਗੀਰ ਨੇ ਨੋਟਾਂ ਉੱਤੇ ਉਸ ਦਾ ਅਧਿਕਾਰ ਸ਼ੁਰੂ ਵਿੱਚ ਹੀ। ਇਸ ਤੋਂ ਬਾਅਦ ਲਾਲਾ ਨੇ ਉਹਨੂੰ ਹੋਰ ਬਹੁਤ ਕੁਝ ਸਮਝਾਇਆ। ਕਈਆਂ ਥਾਵਾਂ, ਕਈਆਂ ਚੀਜ਼ਾਂ ਦੇ ਭੇਦ ਦੀਆਂ ਕੁੰਜੀਆਂ ਉਹਨੂੰ ਫੜਾ ਦਿੱਤੀਆਂ, ਕਈ ਜੁਗਤਾਂ ਦੱਸੀਆਂ ਤੇ ਕਈਆਂ ਨੂੰ ਮਿਲਣ ਲਈ ਆਪਣੇ ਖਾਸ ਸੰਕੇਤ ਸਮਝਾਏ। ਮੁਲਕ ਰਾਜ ਦਾ ਸਰੀਰ ਹਵਾ ਵਿੱਚ ਉੱਡ ਰਿਹਾ ਸੀ। ਆਪਣੇ ਜਿੰਮੇ ਲੱਗੀਆਂ ਜ਼ਿੰਮੇਵਾਰੀਆਂ ਦੀ ਪੰਡ ਚੁੱਕ ਕੇ ਉਹ ਲਾਲਾ ਨੂੰ ਨਿਉ ਕੇ ਨਮਸਕਾਰ ਕਰਦਾ ਹੋਇਆ ਉੱਥੋਂ ਵਿਦਾ ਹੋਇਆ। ਅੰਕ 26ਵਾਂ। ਮਨੋਰਮਾ ਨੂੰ ਪੂਰਾ ਇੱਕ ਹਫ਼ਤਾ ਸੰਤਾਂ ਪਾਸ ਜਾਂਦਿਆਂ ਹੋ ਗਿਆ ਹੈ। ਉਸ ਦੇ ਭਾਣੇ ਸੰਸਾਰ ਵਿੱਚ ਜੇ ਕੋਈ ਉਸ ਦੇ ਦੁੱਖਾਂ ਕਲੇਸ਼ਾਂ ਨੂੰ ਕੱਟਣ ਵਾਲਾ ਸੀ ਤਾਂ ਇਹੀ ਕਲੂਕਾਲ ਦੇ ਅਵਤਾਰ। ਉਹ ਦਿਨੋਂ ਦਿਨ ਆਪਣੇ ਉੱਤੇ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਵੱਧਦੀ ਜਾਂਦੀ ਵੇਖ ਰਹੀ ਸੀ। ਸੰਤ ਉਸ ਉੱਤੇ ਇੱਥੋਂ ਤੱਕ ਦਿਆਲ ਹੋ ਗਏ ਕਿ ਮਨੋਰਮਾ ਨੂੰ ਉਹਨਾਂ ਨੇ ਆਪਣੀ ਗੁਫਾ ਵਿੱਚ ਵੀ ਆਉਣ ਦੀ ਆਗਿਆ ਦੇ ਰੱਖੀ ਸੀ, ਜਿਸ ਵਿੱਚ ਉਹ ਛੁੱਟ ਆਪਣੇ ਕੁਝ ਨਿਕਟ ਵਰਤੀਆਂ ਤੋਂ ਕਿਸੇ ਨੂੰ ਵੀ ਵੜਨ ਨਹੀਂ ਦਿੰਦੇ। ਇਹ ਗੁਫਾ ਕੋਈ ਕਿਸੇ ਪਹਾੜ ਦੀ ਗੁਫਾ ਨਹੀਂ, ਸਗੋਂ ਮਕਾਨ ਦੇ ਪਿਛਲੇ ਹਿੱਸੇ ਦੇ ਹੇਠਾਂ ਇੱਕ ਤਹਿਖਾਨਾ ਹੈ। ਅੱਜ ਕੱਲ੍ਹ ਸੰਤ ਚੋਖਾ ਚਿਰ ਮਨੋਰਮਾ ਨਾਲ ਗੱਲਾਂ ਕਰਦੇ ਰਹਿੰਦੇ ਹਨ ਤੇ ਕਈ ਤਰ੍ਹਾਂ ਦੇ ਧਰਮ ਉਪਦੇਸ਼ ਦੇ ਕੇ ਉਸ ਦੀ ਆਤਮਾ ਨੂੰ ਪ੍ਰਫੁੱਲਿਤ ਕਰਦੇ ਹਨ। ਇਧਰ ਮਾਈ ਚੰਦੋ ਨੇ ਮਨੋਰਮਾ ਦੇ ਦਿਲ ਵਿੱਚ ਇੱਕ ਨਵੀਂ ਸਿੱਕ ਜਗਾਣੀ ਸ਼ੁਰੂ ਕਰ ਦਿੱਤੀ ਸੀ, ਜਿਹੜੀ ਜਾਗਦੀ ਜਾਗਦੀ ਆਖਿਰ ਜਾਗ ਹੀ ਉੱਠੀ। ਇੱਕ ਗ੍ਰਹਿਸੰਤ ਸੁਆਣੀ ਲਈ ਇਸ ਦਾ ਜਾਗਣਾ ਹੈ ਵੀ ਕੁਦਰਤੀ। ਭਾਵੇਂ ਮਨੋਰਮਾ ਦੀ ਉਮਰ ਕੋਈ ਬਹੁਤੀ ਨਹੀਂ ਸੀ, ਉਸ ਦੇ ਵਿਆਹ ਨੂੰ ਵੀ ਹਜੇ ਪੂਰੇ 3 ਵਰ੍ਹੇ ਨਹੀਂ ਸੀ ਹੋਏ, ਪਰ ਕਿਉਂਕਿ ਕੁਦਰਤ ਨੇ ਇਸਤਰੀ ਨੂੰ ਜਨਮ ਹੀ ਦਿੱਤਾ ਹੈ ਮਾਂ ਬਣਨ ਲਈ, ਇਸ ਲਈ ਉਸ ਦੀ ਮਾਂ ਬਣਨ ਦੀ ਤਮੰਨਾ ਕਦੇ ਵੀ ਕਿਸੇ ਉਮਰੇ ਵੀ ਜਾਗ ਸਕਦੀ ਹੈ, ਸਮੇਂ ਤੋਂ ਪਹਿਲਾਂ ਵੀ। ਆਨੇ ਬਹਾਨੇ ਬੁੱਢੀ ਕਈ ਵਾਰੀ ਮਨੋਰਮਾ ਨੂੰ ਕਹਿ ਚੁੱਕੀ ਸੀ, ਸੰਤ ਤੇਰੇ ਉੱਤੇ ਬੜੇ ਦਿਆਲ ਨੇ, ਤੂੰ ਜ਼ਰੂਰ ਉਹਨਾਂ ਅੱਗੇ ਬੇਨਤੀ ਕਰੀ। ਪਰ ਮਨੋਰਮਾ ਕਹਿਣਾ ਚਾਹੁੰਦੀ ਹੋਈ ਵੀ ਸੰਗਦੀ ਮਾਰੀ ਕਹਿ ਨਾ ਸਕੀ। ਅੱਜ ਜਦ ਮਨੋਰਮਾ ਗੁਫਾ ਵਿੱਚ ਗਈ ਤਾਂ ਸੰਤ ਸਮਾਧੀ ਵਿੱਚ ਜੁੜੇ ਹੋਏ ਸਨ। ਇਸ ਵੇਲੇ ਉਹ ਇਕੱਲੇ ਸਨ। ਮਨੋਰਮਾ ਇੱਕ ਪਾਸੇ ਹੋ ਕੇ ਬੈਠ ਗਈ। ਥੋੜੇ ਚਿਰ ਪਿੱਛੋਂ ਸਮਾਧੀ ਖੁੱਲਣ ਤੇ ਸੰਤ ਉਸ ਲਈ ਰੱਖਿਆ ਹੋਇਆ ਸਰਦਾਈ ਦਾ ਚਰਨਾਮ੍ਰਿਤ ਉਸ ਨੂੰ ਦੇ ਕੇ ਬੋਲੇ, ਮਨੋਰਮਾ ਆ ਗਈ। ਜੀ ਮਹਾਰਾਜ ਕਹਿ ਕੇ ਮਨੋਰਮਾ ਨੇ ਚਰਨ ਬੰਦਨਾ ਕੀਤੀ। ਅਬ ਤੋਂ ਤੈਨੂੰ ਜੋ ਹੈ ਸੋ ਕਿਸੇ ਕਿਸਮ ਕੀ ਤਕਲੀਫ ਨਹੀਂ। ਨਹੀਂ ਮਹਾਰਾਜ, ਤੁਹਾਡੀ ਬੜੀ ਕਿਰਪਾ ਹੋਈ ਹੈ। ਨੌਕਰੀ ਬੜੇ ਚੰਗੇ ਥਾਂ ਲੱਗ ਗਈ ਹੈ। ਪਹਿਲੇ ਮਹੀਨੇ ਦੀ ਪੇਸ਼ਗੀ ਤਨਖਾਹ ਦੇ ਨਾਲ ਲਾਲਾ ਜੀ ਨੇ ਕੁਝ ਇਨਾਮ ਵੀ ਦਿੱਤਾ ਸੀ। ਮਕਾਨ ਵੀ ਉਹਨਾਂ ਸਾਨੂੰ ਬਿਨਾਂ ਕਿਰਾਏ ਰਹਿਣ ਲਈ ਬੜਾ ਚੰਗਾ ਦੇ ਦਿੱਤਾ ਹੈ। ਇਹ ਸਾਰਾ ਕੁਝ ਤੁਹਾਡੀ ਮਿਹਰ ਦਾ ਫਲ ਹੈ। ਹਮਾਰਾ ਨਹੀਂ, ਜੋ ਹੈ ਸੋ ਉਸ ਦੇवी भगवती की कृपा है। तेरा प्रेम सच्चा था, इसी करके माता तेरे ऊपर जो है इतनी जल्दी टूट पड़ी। पर आज की समाधि में हमको माता ने दर्शन दे करके कहा सी कि मनोरमा के मन में जो है सो एक होर बड़ी तीव्र कामना है। मनोरमा चुप रही, पर संता दी इस अंतर यात्मा ने उसकी ਸ਼ਰਧਾ ਨੂੰ 100 ਗੁਣਾ ਵਧਾ ਦਿੱਤਾ। ਉਹ ਸੰਗਦੀ ਕੇਵਲ ਇੰਨਾ ਹੀ ਬੋਲੀ, ਮਹਾਰਾਜ ਤੁਸੀਂ ਜਾਨੀ ਜਾਨ ਹੋ, ਤੁਹਾਥੋਂ ਕੁਝ ਵੀ ਲੁਕਿਆ ਨਹੀਂ। ਥੋੜਾ ਚਿਰ ਅੱਖਾਂ ਮੀਟਣ ਤੋਂ ਬਾਅਦ ਸੰਤ ਬੋਲੇ, ਤੁਮਕੋ ਪੁੱਤਰ ਪ੍ਰਾਪਤੀ ਕੀ ਇੱਛਾ ਹੈ। ਮਨੋਰਮਾ ਦਾ ਸਿਰ ਬਿਨਾਂ ਨਿਵਾਉਣ ਤੋਂ ਸੰਤਾਂ ਦੇ ਚਰਨਾਂ ਤੇ ਨਿਉ ਗਿਆ। ਉਸ ਦੀ ਜ਼ੁਬਾਨ ਬੋਲਣੋਂ ਅਸਮਰਥ ਸੀ। ਉਹ ਆਪਣੇ ਆਪ ਨੂੰ ਸਾਕਾਰ ਰੱਬ ਦੀ ਹਜ਼ੂਰੀ ਵਿੱਚ ਅਨੁਭਵ ਕਰ ਰਹੀ ਸੀ। ਸੰਤ ਫਿਰ ਬੋਲੇ, परंतु इसकी आस जो है सो व्यर्था है। देवी माता का कहना है कि तेरा प्रारब्ध में पुत्र का मुंह देखना नहीं लिखा हुआ। ਮਨੋਰਮਾ ਨੇ ਤਬਕਵੀਂ ਨਜ਼ਰ ਨਾਲ ਸੰਤਾਂ ਵੱਲ ਤੱਕਿਆ ਤੇ ਫਿਰ ਮੂੰਹ ਨੀਵਾਂ ਕਰਕੇ ਬੋਲੀ, ਮਹਾਰਾਜ ਤੁਸੀਂ ਰੇਖ ਵਿੱਚ ਮੇਖ ਮਾਰ ਸਕਦੇ ਹੋ। ਤੁਹਾਡੇ ਦਰ ਤੇ ਆਇਆਂ ਨੂੰ ਸਭੋ ਕੁਝ ਮਿਲਦਾ ਏ। ਜੀਕਨ ਅੱਗੇ ਤੁੱਠੇ ਹੋ, ਮੇਰ ਦੀ ਨਜ਼ਰ ਕਰੋ। परंतु ये काम जो है सो करना कठिन सा दिखता है। मैनू महाराज जिवें कहोगे करन नूं त्यार हाँ। हमने जो है सो अंतर आत्मा के द्वारा मालूम किया है कि तेरे भागा के बीच में पुत्र नहीं लिखा। कारण इसका ये मालूम पड़ता है कि तेरे जो हैं सो नक्षत्र कुछ विपरीत पड़ गए हैं। इसी कारण तेरा संयोग जो है सो जिस दे विधाता ने लिखा था उसके संग नहीं हुआ और के नाल हो गया। नक्षत्रों की ऐसी गड़बड़ी जो है सो अक्सर हो जाया करती है, जिसके उपाय तो हैं परंतु बड़े कठिन। दसो महाराज, मैं करांगी। तेरा संयोग हमारे साथ था। कह के संतां ने भेत भालवी नज़र नाल मनोरमा दे चेहरे वल तकिया कि ये वाक सुन के उस उत्ते कोई खास अदला बदली तां नहीं हुई।
ਪਰ ਉਹਨਾਂ ਨੂੰ ਖਤਰੇ ਵਾਲੀ ਕੋਈ ਗੱਲ ਨਾ ਜਾਪੀ। ਮਨੋਰਮਾ ਦੀ ਸ਼ਰਧਾ ਚਟਾਨ ਵਾਂਗ ਐਲ ਸੀ। ਸੰਤਾਂ ਦੀ ਉਪਰੋਕਤ ਗੱਲ ਕਹਿਣ ਦਾ ਫਲਸਰੂਪ ਮਨੋਰਮਾ ਨੂੰ ਇੰਨੀ ਝੁੰਝਣੀ ਜਿਹੀ ਹੋਈ, ਮਾੜੀ ਜਿਹੀ ਸ਼ਰਮ ਜਾਂ ਭਰਮ ਦੀ ਰੇਖ ਉਸਦੇ ਮੂੰਹ ਉੱਤੇ ਝਲਕੀ, ਪਰ ਝੱਟ ਹੀ ਗੰਭੀਰ ਹੋ ਗਈ। ਉਸਨੇ ਉਸੇ ਸਰਲ ਭਾਵ ਨਾਲ ਪੁੱਛਿਆ, ਮਹਾਰਾਜ, ਇਸ ਦਾ ਕੀ ਉਪਾਅ ਕਰਨਾ ਪਵੇਗਾ? संत बोले, तू इस बात को जो हमारे मुंह से सुनना चाहती हैं कि देवी माता के मुंह से? महाराज, मेरे भाने ता तुसी ही सब कुछ हो। हरे राम, मैं तो अदम नीच हूँ। ये तो सब जो है सो देवी माता की कृपा से ही जो कुछ थोड़ी घनी प्राप्ति मेरे को पई है। महाराज, देवी माता दे मूहों ही सुना दिओ। गल्लां करदਿਆਂ ਕਰਦਿਆਂ ਮਨੋਰਮਾ ਨੂੰ ਕੁਝ ਇਉਂ ਜਾਪਿਆ ਜੇਕਰ ਉਸਦਾ ਸਿਰ ਭੌਂ ਰਿਹਾ ਹੈ। ਗਲ ਵਿੱਚ ਉਸਨੂੰ ਕੁਝ ਖੁਸ਼ਕੀ ਜਿਹੀ ਮਾਲੂਮ ਹੋਣ ਲੱਗੀ। ਸ਼ਾਇਦ ਸੰਤਾਂ ਨੇ ਉਸਦੀ ਇਸ ਹਾਲਤ ਨੂੰ ਤਾੜ ਲਿਆ ਸੀ। ਉਹ ਸਮਝ ਗਏ ਕਿ ਅੱਜ ਦੇ ਸਪੈਸ਼ਲ ਚਰਨਾਮਤ ਦਾ ਮਨੋਰਮਾ ਉੱਤੇ ਅਸਰ ਹੋ ਰਿਹਾ ਹੈ। ਉਹ ਕਹਿਣ ਲੱਗੇ, अब हम तेरे ही शरीर विखे जो है सो देवी माता का प्रवेश कराएंगे। चौंकड़ी मार के बैठ जा। मनोरमा खुश सी कि देवी माता खुद उस विच प्रगट होकर अपना संदेश सुनाएगी। उसने चौंकड़ी मार ਲਈ ਅੱਖਾਂ ਬੰਦ ਕਰ ਲਈਆਂ। ਬੰਦ ਕਰਦਿਆਂ ਹੀ ਉਸਦੇ ਦਿਮਾਗ ਵਿੱਚ ਚੱਕਰ ਆਉਣ ਲੱਗੇ। ਮੈਨੂੰ ਕੀ ਹੋ ਗਿਆ ਹੈ? ਮੇਰੀ ਸੁਰਤ ਕਿਉਂ ਗੁੰਮ ਹੁੰਦੀ ਜਾਂਦੀ ਹੈ? ਇਹ ਖਿਆਲ ਕਰਕੇ ਉਸਨੇ ਅੱਖਾਂ ਖੋਲੀਆਂ, ਸਿਰ ਨੂੰ ਜਰਾ ਇੱਧਰ ਉੱਧਰ ਫੇਰਿਆ ਤੇ ਫਿਰ ਆਪਣੇ ਹੱਥਾਂ ਨੂੰ ਮਰੋੜਦੀ ਹੋਈ ਸੰਤਾਂ ਨੂੰ ਪੁੱਛਣ ਲੱਗੀ, ਮੈਨੂੰ कुछ नहीं। संत बोले, देवी माता का जो है सो प्रवेश हो रहा है तेरे में। अभी थोड़े देर के बीच में जो है सो देवी माता सामने साक्षात प्रगट हो जाएगी। मनोरमा ने वेख्या कि उसके सिर उत्ते चोखे सारे फुल कितों आ डिगे। संत बोले, अब जो है सो देवी माता को प्रगट होने का समा आ गया। मनोरमा ने फुल डिगदे वेखे ते उसनूं सचमुच इवें जापिया जिवें देवी प्रगट हो रही है। ਉਸਦੀ ਸੁਰਤ ਭਾਵੇਂ ਗੁੰਮ ਹੁੰਦੀ ਜਾਂਦੀ ਸੀ, ਪਰ ਦੇਵੀ ਦਾ ਖਿਆਲ ਬਰਾਬਰ ਉਸਦੇ ਦਿਮਾਗ ਵਿੱਚ ਕਾਇਮ ਸੀ। ਇੰਨੇ ਨੂੰ ਉਸਨੂੰ ਆਵਾਜ਼ ਆਈ, ਮਨੋਰਮਾ, ਹਮ ਜਾਤੇ ਹੈਂ, ਦੇਵੀ ਪ੍ਰਗਟ ਹੋਣ ਵਾਲੀ ਹੈ। ਮਨੋਰਮਾ ਦੀਆਂ ਅੱਖਾਂ ਬੰਦ ਸਨ, ਹੋਸ਼ ਗਾਇਬ ਹੋ ਰਹੀ ਸੀ, ਪਰ ਉਸਦੇ ਅੰਦਰ ਦੇਵੀ ਦੀ ਕਲਪਨਾ ਉਸੇ ਤਰ੍ਹਾਂ ਮੌਜੂਦ ਸੀ। ਕਲਪਨਾ ਹੀ ਨਹੀਂ ਬਲਕਿ ਉਸਨੂੰ ਜਾਪਿਆ ਜਿਵੇਂ ਦੇਵੀ ਪ੍ਰਤੱਖ ਰੂਪ ਵਿੱਚ ਉਸਦੇ ਸਾਹਮਣੇ ਆ ਬਿਰਾਜੀ ਹੈ। ਉਸਨੂੰ ਆਵਾਜ਼ ਆਈ, ਲੜਕੀ, ਤੇਰਾ ਪ੍ਰੇਮ ਸੱਚਾ ਹੈ, ਮੈਂ ਆ ਗਈ ਹਾਂ ਤੇਰੇ ਪਾਸ। ਆਵਾਜ਼ ਬੜੀ ਮਿੱਠੀ ਤੇ ਪਿਆਰੀ ਜਾਪੀ ਉਸਨੂੰ, ਜਿਸ ਨੇ ਮਨੋਰਮਾ ਦੇ ਸੁੱਧ ਬੁੱਧਹੀਨ ਸਰੀਰ ਨੂੰ ਹੋਰ ਵੀ ਬੇਖੁਦ ਕਰ ਦਿੱਤਾ। ਉਸਨੇ ਅੱਖਾਂ ਖੋਲੀਆਂ। ਹਨੇਰਾ ਘੁੱਪ ਸੀ ਤੇ ਹਨੇਰੇ ਵਿੱਚ ਸੱਚਮੁੱਚ ਲਾਲ ਕੱਪੜਿਆਂ ਵਿੱਚ ਦੇਵੀ ਮਾਤਾ ਦਾ ਆਕਾਰ ਚਮਕ ਰਿਹਾ ਸੀ। ਉਸਦੇ ਚਿਹਰੇ ਉੱਤੇ ਤੇਜ਼ ਚਾਨਣ ਸੀ। ਦੇਵੀ ਨੇ ਉਪਰੋਕਤ ਵਾਕ ਕਹਿਣ ਤੋਂ ਬਾਅਦ ਮਨੋਰਮਾ ਵੱਲ ਬਾਹਾਂ ਫੈਲਾ ਦਿੱਤੀਆਂ। ਹੁਣ ਮਨੋਰਮਾ ਦਾ ਸਰੀਰ ਉਸਦੀਆਂ ਬਾਹਾਂ ਵਿੱਚ ਸੀ। ਜਦ ਉਸਨੂੰ ਹੋਸ਼ ਆਈ ਤਾਂ ਉਸਨੇ ਆਪਣੇ ਆਪ ਨੂੰ ਇੱਕ ਐਸੀ ਥਾਂ ਤੇ ਵੇਖਿਆ ਜਿਸ ਦੀ ਕੋਈ ਚੀਜ਼ ਉਸਦੀ ਪਛਾਤੀ ਹੋਈ ਨਹੀਂ ਸੀ। ਓਪਰਾ ਕਮਰਾ, ਓਪਰਾ ਸਮਾਨ ਤੇ ਓਪਰੀ ਹੀ ਉਹ ਆਪ ਵੀ। ਹਨੇਰੇ ਕਮਰੇ ਵਿੱਚ ਕਿਸੇ ਵੇਲੇ ਬਿਜਲੀ ਦੇ ਲਿਸ਼ਕਾਰੇ ਨਾਲ ਝੀਤਾਂ ਵਿੱਚੋਂ ਚਾਨਣ ਪੈਂਦਾ ਸੀ। ਕਮਰਾ ਡਰਾਉਣਾ ਤੇ ਸੁੰਨਾ ਸੀ। ਉਹ ਪੁੰਜੇ ਇੱਕ ਪੁਰਾਣੀ ਰਜਾਈ ਵਿੱਚ ਲੰਮੀ ਪਈ ਹੋਈ ਸੀ। ਉਹ ਕਿੱਥੇ ਹੈ? ਕੀ ਵਕਤ ਹੈ? ਉਸਦਾ ਪਤੀ ਕਿੱਥੇ ਹੈ? ਕਿਸੇ ਗੱਲ ਦਾ ਕੁਝ ਪਤਾ ਨਹੀਂ। ਕੇਵਲ ਉਸਨੂੰ ਸ਼ਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਪਹਿਲਾਂ ਉਸਨੇ ਖਿਆਲ ਕੀਤਾ ਕਿ ਇਹ ਉਸਦੇ ਕੰਨਾਂ ਦੀ ਘੂੰ ਹੈ, ਪਰ ਜਦ ਜਰਾ ਚੰਗੀ ਤਰ੍ਹਾਂ ਉਸਦੀ ਹੋਸ਼ ਫਿਰੀ ਤਾਂ ਉਸਨੂੰ ਯਕੀਨ ਹੋ ਗਿਆ ਕਿ ਇਹ ਕਿਸੇ ਦਰਿਆ ਦੀਆਂ ਲਹਿਰਾਂ ਵਰਗੀ ਆਵਾਜ਼ ਹੈ। ਕੀ ਮੈਂ ਦਰਿਆ ਦੇ ਕੰਢੇ ਹਾਂ? ਉਸਦੇ ਦਿਲ ਨੇ ਪ੍ਰਸ਼ਨ ਕੀਤਾ। ਸਾਰਾ ਜ਼ੋਰ ਲਾ ਕੇ ਖਿਆਲਾਂ ਦੀ ਉਲਝੀ ਲੜੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲੱਗੀ। ਅੰਕ 27ਵਾਂ। ਰੂਪ ਲਾਲ ਨੂੰ ਲਾਲਾ ਪ੍ਰਭਦਿਆਲ ਦੇ ਦਫ਼ਤਰ ਵਿੱਚ ਨੌਕਰ ਹੋਇਆ 1 ਹਫ਼ਤਾ ਹੋ ਗਿਆ ਹੈ। ਇੰਨੇ ਦਿਨਾਂ ਵਿੱਚ ਹੀ ਉਸਦੀ ਦੁਨੀਆ ਬਦਲ ਗਈ ਹੈ। ਨੌਕਰੀ ਮਿਲਣ ਤੋਂ ਦੂਜੇ ਹੀ ਦਿਨ ਉਸਨੇ ਉਸ ਬਦਬੂ ਭਰੇ ਮਹੱਲੇ ਨੂੰ ਅਲਵਿਦਾ ਕਹਿ ਦਿੱਤੀ ਤੇ ਇੱਕ ਸਾਫ਼ ਸੁਥਰੇ ਮਕਾਨ ਵਿੱਚ ਆ ਗਿਆ ਹੈ। ਭਾਵੇਂ ਉਸਦੇ ਵਰ੍ਹਿਆਂ ਦੇ ਗਮਾਂ ਦੀ ਖਾਧੀ ਹੋਈ ਸਿਹਤ ਉੱਤੇ ਇੰਨੇ ਥੋੜੇ ਦਿਨਾਂ ਦੀ ਖੁਸ਼ੀ ਹਜੇ ਬਹੁਤਾ ਅਸਰ ਨਹੀਂ ਕੀਤਾ, ਤਾਂ ਵੀ ਉਸਨੂੰ ਆਪਣੇ ਹਨੇਰੇ ਜੀਵਨ ਵਿੱਚ ਨਵੀਆਂ ਆਸਾਂ ਤੇ ਨਵੀਆਂ ਉਮੰਗਾਂ ਦਾ ਸੂਰਜ ਚਮਕਦਾ ਦਿਖਾਈ ਦੇਣ ਲੱਗ ਪਿਆ ਹੈ। ਦੁਕਾਨ ਦੇ ਸਾਰੇ ਮੁਲਾਜ਼ਮ ਉਸਦਾ ਆਦਰ ਕਰਦੇ ਹਨ। ਮਨੋਰਮਾ ਦੀ ਖੁਸ਼ੀ ਦਾ ਕੋਈ ਅੰਤ ਉੜਕ ਨਹੀਂ। ਰੂਪ ਲਾਲ ਆਪਣੇ ਮਿਹਰਬਾਨ ਮਾਲਕ ਲਾਲਾ ਪ੍ਰਭੂ ਦਿਆਲ ਦੇ ਗੁਣ ਗਾਉਂਦਾ ਨਹੀਂ ਥੱਕਦਾ, ਤਾਂ ਮਨੋਰਮਾ ਆਪਣੇ ਪੂਜਨਿਕ ਸੰਤਾਂ ਦੇ ਨਾਮ ਤੋਂ ਸਦਕੇ ਹੋਈ ਹੁੰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਉਹ ਪਤੀ ਪਾਸੋਂ ਸੰਤਾਂ ਦੀ ਇਸ ਭਵਿੱਖਬਾਣੀ ਤੇ ਉਸਦੇ ਫੌਰੀ ਅਸਰ ਨੂੰ ਲੁਕਾ ਨਾ ਸਕੇ। ਰੂਪ ਲਾਲ ਭਾਵੇਂ ਸਾਦਾ ਸੰਤਾਂ ਦੀਆਂ ਕਰਾਮਾਤਾਂ ਉੱਤੇ ਭਰੋਸਾ ਨਹੀਂ ਸੀ ਰੱਖਦਾ, ਪਰ ਉਹ ਬਹੁਤਾ ਵਿਰੋਧੀ ਵੀ ਨਹੀਂ ਸੀ। ਭਾਵੇਂ ਉਹ ਜਾਣਦਾ ਸੀ ਕਿ ਉਸਦੀ ਕਿਸਮਤ ਦਾ ਦਰ ਸਹਿਜ ਸੁਭਾਅ ਹੀ ਖੁੱਲਿਆ ਹੈ, ਪਰ ਜਿਸ ਮਨੋਰਮਾ ਨੇ ਇੰਨੇ ਕਸ਼ਟਾਂ ਵਿੱਚ ਸਾਬਿਤ ਕਦਮੀ ਨਾਲ ਉਸਦਾ ਸਾਥ ਦਿੱਤਾ ਸੀ,
ਉਸ ਦੇ ਦਿਲ ਵਿੱਚ ਬਣ ਚੁੱਕੇ ਸੰਤਾਂ ਦਾ ਸਤਿਕਾਰ ਨੂੰ ਡਲਾਣਾ ਨਹੀਂ ਸੀ ਚਾਹੁੰਦਾ। ਉਸਨੇ ਖੁਸ਼ੀ ਨਾਲ ਮਨੋਰਮਾ ਨੂੰ ਰੋਜ਼ਾਨਾ ਕਥਾ ਤੇ ਜਾਣ ਦੀ ਖੁੱਲ੍ਹ ਦੇ ਦਿੱਤੀ। ਮਾਈ ਚੰਦੋ ਬਾਬਤ ਕਿਉਂਕਿ ਮਨੋਰਮਾ ਨੇ ਉਸਨੂੰ ਬੜਾ ਕੁਝ ਦੱਸਿਆ ਸੀ, ਇਸ ਲਈ ਰੂਪ ਲਾਲ ਦੇ ਦਿਲ ਵਿੱਚ ਉਸਦੀ ਬਜ਼ੁਰਗੀ, ਭਗਤੀ ਭਾਵ ਤੇ ਰਹਿਮਦਿਲੀ ਦਾ ਸਿੱਕਾ ਬੈਠ ਚੁੱਕਾ ਸੀ। 5-6 ਦਿਨ ਉਸਨੂੰ ਕੰਮ ਦਾ ਚਾਰਜ ਲੈਣ, ਨਵਾਂ ਮਕਾਨ ਬਦਲਣ ਅਤੇ ਘਰ ਦੇ ਜ਼ਰੂਰੀ ਸਮਾਨ ਖਰੀਦਣ ਤੋਂ ਛੁੱਟ ਹੋਰ ਕਿਸੇ ਕੰਮ ਦੀ ਵੇਲ ਨਹੀਂ ਸੀ ਲੱਗੀ। ਅੱਜ ਸਵੇਰੇ ਖਾਓ ਪੀਓ ਤੋਂ ਵਿਹਲਾ ਹੋ ਕੇ ਉਹ ਮਨੋਰਮਾ ਲਈ ਕੁਝ ਚੀਜ਼ਾਂ ਲਿਆਉਣ ਦੀ ਨੀਤ ਧਾਰ ਕੇ ਦਫ਼ਤਰ ਵੱਲ ਤੁਰਿਆ ਸੀ। ਸਾਰਾ ਦਿਨ ਉਹ ਦਫ਼ਤਰ ਵਿੱਚ ਬੈਠਾ ਇਹੋ ਜੋੜ ਤੋੜ ਕੇ ਕਰਦਾ ਰਿਹਾ ਕਿ ਮਨੋਰਮਾ ਦੇ ਸੋਹਣੇ ਰੂਪ ਉੱਤੇ ਕਿਹੜੇ ਰੰਗ ਦੀ ਸਾੜੀ ਸੱਜੇਗੀ, ਉਸਦੀ ਗਰਦਨ ਵਿੱਚ ਕਿਹੋ ਜਿਹਾ ਲੌਕਟ ਫੱਬੇਗਾ। ਰੁਪਏ ਦੀ ਚਿੰਤਾ ਕਰਨ ਦੀ ਉਹਨੂੰ ਹੁਣ ਲੋੜ ਨਹੀਂ ਸੀ। ਲਾਲਾ ਪ੍ਰਭਦਿਆਲ ਦੀ ਫਰਮ ਦਾ ਕਰਿੰਦਾ ਹੋਣਾ ਹੀ ਕਾਫੀ ਸੀ। ਇਸ ਤੋਂ ਛੁੱਟ ਉਹਨੂੰ ਕੁਝ ਇਨਾਮ ਵੀ ਮਿਲਿਆ ਸੀ। ਸ਼ਾਮੀ ਕੰਮ ਤੋਂ ਵਿਹਲਾ ਹੁੰਦਾ ਹੀ ਉਹ ਪਹਿਲਾਂ ਬਜਾਜੀ ਦੀਆਂ ਹੱਟੀਆਂ ਤੇ ਫਿਰ ਮਨਿਆਰਾਂ ਵਿੱਚ ਜਾ ਪਹੁੰਚਿਆ। ਸੰਧਿਆ ਵੇਲੇ ਉਹ ਕਈ ਲਿਫਾਫੇ ਬੰਡਰਾਂ ਨਾਲ ਲੱਦਿਆ ਹੋਇਆ ਘਰ ਵੱਲ ਤੁਰਿਆ। ਜਿਉਂ-ਜਿਉਂ ਘਰ ਨੇੜੇ ਆਉਂਦਾ ਜਾਂਦਾ ਉਸਦੀ ਤੋਰ ਉਡਾਰੀ ਵਿੱਚ ਬਦਲਦੀ ਜਾਂਦੀ ਸੀ। ਉਹ ਸੋਚਦਾ ਜਾਂਦਾ ਸੀ, ਮਨੋਰਮਾ ਇੱਕਦਮ ਇੰਨੀਆਂ ਸੁਗਾਤਾਂ ਦੇਖ ਕੇ ਅਵਾਕ ਰਹਿ ਜਾਵੇਗੀ, ਖੁਸ਼ੀ ਨਾਲ ਪਾਗਲ ਹੋ ਉੱਠੇਗੀ। ਜਿਹੜੀ ਵਿਚਾਰੀ ਵਰ੍ਹਿਆਂ ਤੋਂ ਕੱਚ ਦੇ ਛੱਲੇ ਤੇ ਸਾਬਤ ਕੱਪੜੇ ਨੂੰ ਤਰਸਦੀ ਰਹੀ ਹੈ, ਉਹ ਜਿਸ ਵੇਲੇ ਰੇਸ਼ਮੀ ਸਾੜੀਆਂ ਦੀਆਂ ਤਹਿਆਂ ਚੱਕੇਗੀ, ਜਦੋਂ ਲਵੰਡਰ, ਕਰੀਮ ਪਾਊਡਰ ਤੇ ਸੋਨੇ ਆਦਿਆਂ ਸ਼ੀਸ਼ੀਆਂ ਦੇ ਕਾਕ ਖੋਲ੍ਹੇਗੀ ਤਾਂ ਬੋਲ ਉੱਠੇਗੀ। ਇੰਨਾ ਕੁਝ ਖਿਆਲ ਦਾ ਜਾਲ ਉਸਦੇ ਦੁਆਲੇ ਤੰਦਾ ਰੁਕ ਗਿਆ। ਉਸਨੂੰ ਪਤਾ ਵੀ ਨਾ ਲੱਗਾ ਕਿ ਕਿਹੜੇ ਵੇਲੇ ਮੁਹੱਲੇ ਦੇ ਨੇੜੇ ਆ ਪੁੱਜਾ ਹੈ। ਹੁਣ ਉਸਦੇ ਖਿਆਲਾਂ ਦੀ ਗੱਡੀ ਹੋਰ ਪਟੜੀ ਤੇ ਆ ਤੁਰੀ। ਮਨੋਰਮਾ ਸਦਾ ਵਾਂਗ ਗਲੀ ਦੇ ਮੋੜ ਤੇ ਖੜੀ ਮੈਨੂੰ ਪਈ ਉਡੀਕਦੀ ਹੋਵੇਗੀ ਤੇ ਦੂਰੋਂ ਮੈਨੂੰ ਇਸ ਤਰ੍ਹਾਂ ਲੱਦਿਆ ਆਉਂਦਾ ਵੇਖ ਕੇ ਹੱਸਦੀ ਦਾ ਲੱਕ ਦੂਰਾ ਹੋ ਜਾਵੇਗਾ। ਉੱਡਦੀ ਮੇਰੇ ਕੋਲ ਅੱਪੜੇਗੀ ਤੇ ਸਭ ਕੁਝ ਮੇਰੇ ਕੋਲੋਂ ਫੜਦੀ ਹੋਈ ਹੇਠ ਡਿੱਗੀਆਂ ਚੀਜ਼ਾਂ ਨੂੰ ਲਚਕਦੇ ਲੱਕ ਤੇ ਗੋਰੇ ਹੱਥਾਂ ਨਾਲ ਚੁੱਕਦੀ ਹੋਈ ਕਹੇਗੀ, ਕਿਸੇ ਦੀ ਦੁਕਾਨ ਲੁੱਟ ਲਿਆਂਦੀ ਜੇ। ਤੇ ਮੈਂ ਅੱਗੋਂ ਕਹਾਂਗਾ, ਨਹੀਂ, ਦੁਕਾਨਾਂ ਲੁੱਟਣ ਵਾਲੇ ਲਈ ਹਥਿਆਰ ਲਿਆਂਦੇ ਨੇ। ਇਹ ਗੱਲਾਂ ਸੋਚਦਾ ਉਹ ਉਸੇ ਨਿੱਤ ਵਾਲੀ ਥਾਂ ਤੇ ਪੁੱਜਾ ਜਿੱਥੋਂ ਮੋੜ ਤੇ ਮਨੋਰਮਾ ਹਰ ਰੋਜ਼ ਉਸਦੇ ਸਵਾਗਤ ਲਈ ਪਹਿਲਾਂ ਹੀ ਆ ਖੜੋਂਦੀ ਸੀ। ਉਸ ਪਹੁੰਚ ਕੇ ਉਸਦੇ ਅੰਦਰੋਂ ਇੱਕ ਮੁਰਝਾਵੀਂ ਜਿਹੀ ਆਵਾਜ਼ ਨਿਕਲੀ, ਅੱਜ ਕੀ? ਅੱਜ ਮਨੋਰਮਾ ਨਹੀਂ ਦਿਸਦੀ। ਉਹ ਦੂਣੀ ਤੇਜ਼ੀ ਨਾਲ ਗਲੀ ਵਿੱਚ ਦਾਖਿਲ ਹੋਇਆ। ਜਦ ਘਰ ਪਹੁੰਚ ਕੇ ਉਸਨੇ ਬੂਹੇ ਨੂੰ ਜਿੰਦਰਾ ਵੱਜਾ ਡਿੱਠਾ ਤਾਂ ਉਸਦੀਆਂ ਉਡਾਰੀਆਂ ਕੁਝ ਸਿਥਲ ਹੋ ਗਈਆਂ। ਗੁਆਂਢੀਆਂ ਤੋਂ ਪਤਾ ਲੱਗਾ ਕਿ ਮਨੋਰਮਾ 2 ਵਜੇ ਦੀ ਕਥਾ ਤੇ ਗਈ, ਹਜੇ ਤੀਕ ਨਹੀਂ ਮੁੜੀ। 2 ਵਜੇ ਦੀ ਗਈ ਤੇ ਹਜੇ ਤੀਕ ਨਹੀਂ ਮੁੜੀ, ਸੋਤਾ ਪੈ ਚੱਲਿਆ ਏ। ਉਸ ਦੇ ਅੰਦਰ ਡਰ ਜਿਹਾ ਪੈਦਾ ਹੋਣ ਲੱਗਾ। ਇਹ ਕਦੇ ਹੋ ਨਹੀਂ ਸਕਦਾ ਕਿ ਮਨੋਰਮਾ ਮੇਰੇ ਆਉਣ ਤੋਂ ਪਹਿਲਾਂ ਘਰ ਵਿੱਚ ਨਾ ਹੋਵੇ। ਉਹਨੂੰ ਖਿਆਲ ਆਇਆ, ਪਹਿਲਾਂ ਉਸੇ ਮਾਈ ਚੰਦੋ ਦੇ ਘਰੋਂ ਹੀ ਕਿਉਂ ਨਾ ਹੁੰਦਾ ਜਾਵਾਂ, ਸ਼ਾਇਦ ਉੱਥੇ ਹੀ ਬੈਠੀ ਹੋਵੇ। ਹਥਲਾ ਸਮਾਨ ਇੱਕ ਗੁਆਂਢੀ ਪਾਸ ਰੱਖ ਕੇ ਉੱਧਰ ਹੋ ਤੁਰਿਆ। ਪੁੱਛਦਾ ਪਛਾਂਦਾ ਉਹ ਜਦ ਮਨੋਰਮਾ ਦੇ ਦੱਸੇ ਪਤੇ ਤੇ ਪੁੱਜਾ ਤਾਂ ਉਸਨੇ ਵੇਖਿਆ ਮਾਈ ਚੰਦੋ ਵਾਲਾ ਮਕਾਨ ਖਾਲੀ ਸੀ। ਮਾਲਕ ਮਕਾਨ ਤੋਂ ਜਿਹੜਾ ਉੱਪਰਲੀ ਛੱਤ ਤੇ ਰਹਿੰਦਾ ਸੀ, ਪਤਾ ਲੱਗਾ ਕਿ ਉਹ ਬੁੱਢੀ ਮਕਾਨ ਵਿਹਲਾ ਕਰ ਗਈ ਹੈ। ਜਾ ਜਾਂਦੀਏ ਭਾਵੇਂ ਮੈਂ ਲੁੱਟਿਆ ਗਿਆ। ਇਹ ਖਿਆਲ ਹਿੱਕ ਚੀਰ ਕੇ ਉਸਦੇ ਅੰਦਰੋਂ ਉੱਠਿਆ। ਉਸਦੇ ਸਿਰ ਨੂੰ ਚੱਕਰ ਆਉਣ ਲੱਗੇ। ਉਹ ਮੰਦਰ ਵੱਲ ਉੱਠ ਨੱਸਿਆ, ਪਰ ਮੰਦਰ ਭਾਂ ਪਿਆ ਕਰਦਾ ਸੀ। ਪੁਜਾਰੀ ਤੋਂ ਇੰਨਾ ਹੀ ਪਤਾ ਲੱਗਾ ਕਿ ਅੱਜ ਸੰਤ ਸ਼ਾਮ ਦੀ ਗੱਡੀ ਹਰਿਦੁਆਰ ਜਾਂ ਹੋਰ ਕਿਤੇ ਚਲੇ ਗਏ ਨੇ। ਉਸਨੇ ਪੁਜਾਰੀ ਉੱਤੇ ਹੋਰ ਵੀ ਕਈ ਪ੍ਰਸ਼ਨ ਕੀਤੇ, ਪਰ ਉਹ ਜਿਹੜਾ ਭੰਗ ਦੇ ਲੋਰ ਵਿੱਚ ਝੁਟਲਾ ਰਿਹਾ ਸੀ, ਕੁਝ ਵੀ ਨਾ ਦੱਸ ਸਕਿਆ। ਰੂਪ ਲਾਲ ਉੱਥੇ ਹੀ ਸਿਰ ਫੜ ਕੇ ਬੈਠ ਗਿਆ। ਉਸਦਾ ਪਿੰਡਾ ਇਸ ਵੇਲੇ ਬੁਖਾਰ ਨਾਲ ਮੱਗ ਰਿਹਾ ਸੀ ਤੇ ਪੀੜ ਨਾਲ ਸਿਰ ਪਾਟ ਰਿਹਾ ਸੀ। ਕੁਝ ਚਿਰ ਪਿੱਛੋਂ ਉੱਠਿਆ ਤੇ ਡਿੱਗਦਾ ਢਹਿੰਦਾ ਲਾਲਾ ਪ੍ਰਭਦਿਆਲ ਦੇ ਮਕਾਨ ਵੱਲ ਤੁਰ ਪਿਆ, ਕਿਸੇ ਮਦਦ ਇਮਦਾਦ ਦੀ ਆਸ ਤੇ, ਕਿਉਂਕਿ ਪਰਦੇਸ ਵਿੱਚ ਆਪਣੇ ਮਾਲਕ ਤੋਂ ਛੁੱਟ ਉਸਨੂੰ ਹੋਰ ਵੀ ਕੋਈ ਸਹਾਇਕ ਨਜ਼ਰੀ ਨਹੀਂ ਸੀ ਆਉਂਦਾ। ਪਰ ਰਸਤੇ ਵਿੱਚੋਂ ਹੀ ਪਰਤ ਆਇਆ, ਜਾ ਕੇ ਫਿਰ ਵੇਖ ਆਵਾਂ, ਮਤਾ ਮਨੋਰਮਾ ਘਰ ਆ ਗਈ ਹੋਵੇ, ਮੈਂ ਐਵੇਂ ਗਲਤ ਫਹਿਮੀ ਵਿੱਚ ਹੀ ਨਾ ਹੋਵਾਂ। ਇਸ ਵੇਲੇ ਉਸਦੀਆਂ ਲੱਤਾਂ ਪੀੜ ਨਾਲ ਚਿਰ ਰਹੀਆਂ ਸਨ। ਕਿਸੇ ਤਰ੍ਹਾਂ ਦੁਬਾਰਾ ਘਰ ਤੇ ਕੱਪੜਿਆ। ਉਸਨੇ ਡਿੱਠਾ ਸਾਰੀ ਗਲੀ ਆਦਮੀਆਂ ਨਾਲ ਖਚਾ-ਖਚ ਭਰੀ ਹੋਈ ਸੀ ਤੇ ਸਭ ਤੋਂ ਬਹੁਤੀ ਭੀੜ ਹੀ ਉਸੇ ਮਕਾਨ ਦੇ ਅੱਗੇ। ਉਸਦੀਆਂ ਲਿਆਂਦੀਆਂ ਹੋਈਆਂ ਸੁਗਾਤਾਂ ਕਿੱਥੇ ਹਨ, ਉਸਦੇ ਚੇਤੇ ਨਹੀਂ ਸੀ। ਉਹ ਡਰ ਨਾਲ ਸਹਿਮ ਗਿਆ ਤੇ ਭੀੜ ਨੂੰ ਧੱਕਦਾ ਹੋਇਆ ਆਪਣੇ ਬੂਹੇ ਤੀਕ ਪੁੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਬੂਹੇ ਤੀਕ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਦੇ ਇੱਕ ਕਰਮਚਾਰੀ ਨੇ ਉਸਨੂੰ ਬਾਹੋਂ ਫੜ ਕੇ ਆਪਣੇ ਵੱਲ ਖਿੱਚ ਲਿਆ। ਰੂਪ ਲਾਲ ਨੂੰ ਆਪਣੀ ਇਸ ਅਚਾਨਕ ਗ੍ਰਿਫਤਾਰੀ ਦੀ ਕੁਝ ਵੀ ਸਮਝ ਨਾ ਆਈ। ਥਾਣੇਦਾਰ ਨੇ ਉਸਨੂੰ ਕੜਕ ਕੇ ਕਿਹਾ, ਰੂਪ ਲਾਲ ਤੇਰਾ ਹੀ ਨਾਂ ਏ? ਜੀ ਹਾਂ, ਮੇਰਾ ਹੀ।
ਰੋਹ ਭਰੀ ਨਜ਼ਰ ਨਾਲ ਥਾਣੇਦਾਰ ਬੋਲਿਆ, ਲਿਆ ਮਕਾਨ ਦੀ ਚਾਬੀ, ਸਾਨੂੰ ਘੰਟਾ ਹੋ ਗਿਆ ਤੇਰੀ ਉਡੀਕ ਵਿੱਚ ਖੜੋਤਿਆਂ। ਤੇਰੀ ਤਲਾਸ਼ੀ ਤੇ ਗ੍ਰਿਫਤਾਰੀ ਦਾ ਵਾਰੰਟ ਏ। ਰੂਪ ਲਾਲ ਨੇ ਕੰਬਦਿਆਂ ਪੁੱਛਿਆ, ਵਾਰੰਟ? ਪਰ ਚਾਬੀ ਤੇ ਮੇਰੇ ਕੋਲ ਨਹੀਂ। ਹੋਰ ਕਿਸ ਕੋਲ ਹੈ? ਮੇਰੀ ਘਰਵਾਲੀ ਕੋਲ। ਉਸ ਤੋਂ ਲੈ ਕੇ ਆ। ਕਿੱਥੇ ਹੈ ਉਹ? ਜੀ ਉਹ ਤੇ ਲੱਭਦੀ ਨਹੀਂ, ਮੈਂ ਉਸਨੂੰ ਢੂੰਡਦਾ ਫਿਰਦਾ ਹਾਂ। ਅੱਛਾ, ਤਾਂ ਉਸਨੂੰ ਪਹਿਲਾਂ ਹੀ ਅੰਦਰ ਦੀਆਂ ਚੀਜ਼ਾਂ ਦੇ ਕੇ ਧਿਲਕਾ ਦਿੱਤਾ ਏ। ਖੈਰ, ਲੱਗ ਜਾਵੇਗਾ ਪਤਾ। ਤੇ ਪਾਸ ਖਲੋਤੇ ਗਲੀ ਦੇ ਚੌਧਰੀ ਨੂੰ ਉਸਨੇ ਕਿਹਾ, ਚੌਧਰੀ ਜੀ ਤਾਲਾ ਤੋੜ ਦਿਓ। ਜੰਦਰਾ ਤੋੜ ਦਿੱਤਾ ਗਿਆ। ਰੂਪ ਲਾਲ ਥਰ-ਥਰ ਕੰਬ ਰਿਹਾ ਸੀ। ਬਿਪਤਾ ਉੱਤੇ ਹੋਰ ਬਿਪਤਾ। 2 ਸਿਪਾਹੀਆਂ, ਚੌਧਰੀ ਅਤੇ ਮੁਹੱਲੇ ਦੇ ਇੱਕ ਹੋਰ ਪਤਵੰਤਿਆਂ ਸਣੇ ਥਾਣੇਦਾਰ ਮਕਾਨ ਦੇ ਅੰਦਰ ਵੜਿਆ ਤੇ ਤਲਾਸ਼ੀ ਲੈਣ ਲੱਗਾ। ਇੱਕ ਨੁੱਕਰੇ ਪਏ ਹੋਏ ਲੱਕੜ ਦੇ ਇੱਕ ਡਿੱਬੇ ਵਿੱਚੋਂ ਇੱਕ ਪਿਸਤੌਲ ਨਿਕਲ ਆਇਆ ਤੇ ਕੁਝ ਕਾਰਤੂਸ। ਧੰਨਵਾਦ।